सतनाम श्री वाहिगुरु साहिब जी। मूक उचरै शास्त्र खट, पिंग गिरन चढ़ जाए। अंध लखै बदरो सुनै, जो काल कृपा कराए। श्री नानक पद पंकज बंदन, पद पंकज बंदन। सिमरो अंगद दुख निकंदन। अमरदास गुर हृदय ध्याओ, गुर हृदय ध्याओ। श्री गुरु रामदास गुण गाओ। श्री अर्जन बिघ्नन के नासक, बिघ्नन के नासक। हर गोविंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी। तेग बहादुर परम कृपाला जी, परम कृपाला। श्री गुरु गोबिंद सिंह विसाला। तरों तरा पर पुन पुन सीसा जी, पुन पुन सीसा। बंदा बार बार जगदीसा। जिसमें अमृत ज्ञान है, मानक भगत वैराग। श्री गुरु ग्रंथ साहिब उदद, बंदो कर अनुराग। श्री गुर शब्द कमाहे जिन, जीते पंच विकार। तिन संतन को बंदना, सिर चरणन पर धार। एक अंकारा सतगुरु, तिह प्रसाद सच होए। वाहिगुरु जी की फतेह, बिघन विनाशन सोए। वाहिगुरु जी की फतेह, बिघन विनाशन सोए। केवट बिंद बुलाए कर, दीन दर्ब बहुमाने। उठे प्रभात को त्यार पा, करके सोच स्नान। पतित पावन भगत वत्सल कृपा निधान, दसां ही पातशाहियां दी आत्मक जोत,
ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਓ ਰਸਨਾ ਪਵਿੱਤਰ ਕਰੀਏ, ਹਾਜ਼ਰੀਆਂ ਲਵਾਈਏ। ਸਮੂਹ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ, ਬੜੀ ਭਾਵਨਾ ਦੇ ਨਾਲ ਮਹਾਨ ਬ੍ਰਹਮ ਗਿਆਨੀ ਤਤ ਵੇਤੇ ਮਹਾਂਪੁਰਖ ਧੰਨ ਬਾਬਾ ਜਵਾਹਰ ਦਾਸ ਜੀ ਤਿੰਨਾਂ ਦੇ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਹੋ। ਰੋਜ਼ਾਨਾ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਗੁਰੂ ਘਰ ਹਾਜ਼ਰ ਹੋ ਕੇ ਜਿੱਥੇ ਅੰਮ੍ਰਿਤ ਵੇਲੇ ਗੁਰਬਾਣੀ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹੋ, ਉੱਥੇ ਸੰਧਿਆ ਦੇ ਦੀਵਾਨਾਂ ਵਿੱਚ ਵੀ ਆਪ ਸੰਗਤਾਂ ਪਾਵਨ ਸ਼੍ਰੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਆਪ ਸੰਗਤ ਨੇ ਪਿਛਲੇ ਪ੍ਰਸੰਗਾਂ ਦੇ ਵਿੱਚ ਸਰਵਣ ਕੀਤਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾਲੂ ਦਾਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਜਾ ਰਹੇ ਨੇ। ਰਸਤੇ ਵਿੱਚ ਮਹਾਰਾਜ ਨੂੰ ਪਤਾ ਲੱਗਦਾ ਵੀ ਜਿਹੜੇ ਸਾਡੇ ਸਿੱਖ ਨੇ ਭਾਈ ਮੱਖਣ ਸ਼ਾਹ ਜੀ, ਉਹਨਾਂ ਦੇ ਨਾਲ ਦੇ ਸਾਥੀਆਂ ਨੇ ਧੀਰਮਲ ਦੇ ਕੋਲੋਂ ਕੀਮਤੀ ਵਸਤੂਆਂ, ਮਾਇਆ ਖਜ਼ਾਨਾ ਖੋਲਿਆ ਤਾਂ ਮਹਾਰਾਜ ਕਹਿ ਕੇ ਵਾਪਸ ਕਰਵਾਉਂਦੇ ਨੇ। ਫਿਰ ਮਹਾਰਾਜ ਨੂੰ ਇਹ ਵੀ ਪਤਾ ਲੱਗਦਾ ਵੀ ਪਾਵਨ ਜੋ ਗੁਰਬਾਣੀ ਦਾ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਤਿਆਰ ਕਰਵਾਇਆ, ਜੋ ਧੀਰਮਲ ਦੇ ਕੋਲ ਸੀ ਉਹ ਵੀ ਸਿੱਖਾਂ ਨੇ ਖੋਲਿਆ। ਤਾਂ ਮਹਾਰਾਜ ਹੁਕਮ ਕਰਦੇ ਨੇ ਵੀ ਜਾ ਕੇ ਧੀਰਮਲ ਨੂੰ ਵਾਪਸ ਦੇ ਕੇ ਆਓ। ਪਰ ਕੋਈ ਵੀ ਗੁਰਸਿੱਖ ਇਹਦੇ ਮੱਥੇ ਨਹੀਂ ਲੱਗਣਾ ਚਾਹੁੰਦਾ, ਕਿਉਂਕਿ ਗੁਰੂ ਦਾ ਸ਼ਰੀਕ ਆ, ਗੁਰੂ ਦਾ ਵਿਰੋਧੀ ਹੈ। ਸਿੱਖਾਂ ਨੇ ਮਨਾ ਕਰ ਦਿੱਤਾ, ਮਹਾਰਾਜ ਅਸੀਂ ਇਹਦੇ ਮੱਥੇ ਨਹੀਂ ਲੱਗਣਾ। ਜਦੋਂ ਕੋਈ ਸਿੱਖ ਤਿਆਰ ਨਾ ਹੋਇਆ, ਮਹਾਰਾਜ ਨੇ ਕਿਹਾ ਵੀ ਇੱਥੇ ਬਿਆਸ ਦਰਿਆ ਦੇ ਵਿੱਚ ਸਰੂਪ ਰੱਖ ਦਿਓ ਤੇ ਧੀਰਮਲ ਨੂੰ ਸੁਨੇਹਾ ਭੇਜ ਦਿਓ ਵੀ ਆ ਕੇ ਲੈ ਜਾਵੇ। ਤਾਂ ਸਾਰੇ ਬੜੇ ਹੈਰਾਨ ਹੋਏ ਵੀ ਕਾਗਜ਼ ਜਲ ਦੇ ਵਿੱਚ ਕਿੱਦਾਂ ਰਹਿਣਗੇ। ਤਾਂ ਉੱਥੋਂ ਇੱਕ ਰਾਹਗੀਰ ਨੂੰ ਭੇਜਿਆ ਵੀ ਜਾ ਕੇ ਕਰਤਾਰਪੁਰ ਸੁਨੇਹਾ ਦੇ ਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਗੁਰਬਾਣੀ ਦਾ ਸਰੂਪ ਤੇਰੇ ਲਈ ਰੱਖ ਗਏ ਨੇ ਜਲ ਦੇ ਵਿੱਚ, ਜਾ ਕੇ ਉੱਥੋਂ ਲੈ ਲੈ। ਜਦੋਂ ਧੀਰਮਲ ਨੂੰ ਪਤਾ ਲੱਗਾ ਬੜਾ ਖੁਸ਼ ਹੋਇਆ, ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਸੀ ਵੀ ਗੁਰਤਾ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਨੇ। ਪਰ ਧੀਰਮਲ ਦੀ ਮਾਨਤਾ ਇਹ ਸਰੂਪ ਕਰਕੇ ਸੀ, ਕਿਉਂਕਿ ਗੁਰਸਿੱਖ ਗੁਰਬਾਣੀ ਦਾ ਸਤਿਕਾਰ ਕਰਦਾ ਹੈ ਤੇ ਇਹਦੇ ਕੋਲ ਸਰੂਪ ਹੋਣ ਕਰਕੇ ਇਹਦਾ ਵੀ ਸਤਿਕਾਰ ਸੀ। ਤਾਂ ਜਦੋਂ ਇਹਨੂੰ ਪਤਾ ਲੱਗਾ ਵੀ ਸਰੂਪ ਮੈਨੂੰ ਵਾਪਸ ਦੇ ਰਹੇ ਨੇ, ਇਹਨੂੰ ਬੜਾ ਚਾਅ ਚੜ੍ਹਿਆ, ਬੜਾ ਖੁਸ਼ ਹੋਇਆ। ਆਪਣੇ ਸੰਗੀਆਂ ਸਾਥੀਆਂ ਨੂੰ ਕਹਿੰਦਾ ਚਲੋ ਚੱਲੀਏ ਜਾ ਕੇ ਸਰੂਪ ਲਿਆਈਏ। ਪਰ ਜਿਹੜਾ ਸ਼ੀਹਾਂ ਮਸੰਦ ਸੀ ਉਹਨੇ ਉਸ ਵੇਲੇ ਆਖਿਆ ਵੀ ਕਿਉਂ ਮੂਰਖ ਬਣਦਾ, ਕਿਉਂ ਗੱਲਾਂ ਵਿੱਚ ਆਉਣਾ, ਸ਼ਰੀਕ ਵੀ ਕਦੀ ਕਿਸੇ ਦਾ ਭਲਾ ਕਰਦਾ। ਗੁਰੂ ਸਾਹਿਬ ਤੈਨੂੰ ਕਦੀ ਵੀ ਸਰੂਪ ਵਾਪਸ ਨਹੀਂ ਦੇਣਗੇ, ਉਹ ਤਾਂ ਤੇਰੇ ਨਾਲ ਮਜ਼ਾਕ ਕਰ ਰਹੇ ਨੇ, ਤੇਰਾ ਮਖੌਲ ਬਣਾ ਰਹੇ ਨੇ। ਸਾਡੇ ਆਖੇ ਲੱਗ ਉੱਥੇ ਨਾ ਜਾ। ਮਹਾਰਾਜ ਦੇ ਬਾਰੇ ਬੜੀਆਂ ਗਲਤ ਗੱਲਾਂ ਸ਼ੀਹੇ ਮਸੰਦ ਨੇ ਆਖੀਆਂ। ਧੀਰਮਲ ਕਹਿੰਦਾ ਨਹੀਂ, ਮੈਂ ਬਚਪਨ ਤੋਂ ਜਾਣਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਉਹ ਮੇਰੇ ਨਾਲ ਨਹੀਂ ਬਣਦੀ, ਪਰ ਬੜੇ ਮਹਾਂਪੁਰਖ ਨੇ, ਬੜੇ ਸਾਧੂ ਨੇ, ਝੂਠ ਨਹੀਂ ਬੋਲ ਸਕਦੇ। ਝੂਠ ਬੋਲਣਾ ਉਹਨਾਂ ਦਾ ਸੁਭਾਅ ਨਹੀਂ, ਕਿਸੇ ਨਾਲ ਮਜ਼ਾਕ ਤਾਂ ਕਦੀ ਉਹਨਾਂ ਜ਼ਿੰਦਗੀ 'ਚ ਕੀਤਾ ਹੀ ਨਹੀਂ। ਉਹ ਬੜੇ ਸਤਿਪੁਰਖ ਨੇ, ਚੰਗੇ ਗੁਣਾਂ ਵਾਲੇ ਨੇ,
ਜੇ ਉਹਨਾਂ ਨੇ ਆਖਿਆ ਤੇ ਜ਼ਰੂਰ ਗੱਲ ਸੱਚ ਹੋਏਗੀ। ਇਹ ਵਾਰ-ਵਾਰ ਇਹ ਗੱਲ ਕਹਿ ਕੇ ਬਿਆਸ ਦਰਿਆ ਤੇ ਆਉਣ ਦਾ ਯਤਨ ਕਰਦਾ, ਪਰ ਸ਼ੀਹਾ ਮਸੰਦ ਵਾਰ-ਵਾਰ ਗੁਰੂ ਸਾਹਿਬ ਦੀ ਨਿੰਦਿਆ ਕਰਕੇ ਇਹਦਾ ਮਨ ਤੋੜ ਦਿੰਦਾ। ਇਹਦੀ ਜਿਹੜੀ ਸ਼ਰਧਾ ਹੈ, ਜਿਹੜਾ ਇਹਦਾ ਭਰੋਸਾ ਮਹਾਰਾਜ ਦੇ ਉੱਤੇ ਵੀ ਉਹ ਚੰਗੇ ਨੇ, ਉਹਨਾਂ ਦਾ ਸੁਭਾਅ ਚੰਗਾ, ਉਹ ਝੂਠ ਨਹੀਂ ਬੋਲਦੇ। ਇਹ ਵਾਰ-ਵਾਰ ਤਰਕਾਂ ਕੁਤਰਕਾਂ ਕਰਕੇ ਉਹਦਾ ਭਰੋਸਾ ਤੋੜ ਦਿੰਦਾ। ਤਾਂ ਇਸ ਤਰ੍ਹਾਂ ਕਈ ਦਿਨ ਲਗਾਤਾਰ ਧੀਰਮਲ ਯਤਨ ਕਰਦਾ ਰਿਹਾ ਜਾਣ ਦਾ, ਵੀ ਬਿਆਸ ਦਰਿਆ ਤੇ ਜਾਣਾ। ਸ਼ੀਹਾ ਮਸੰਦ ਉਹਨੂੰ ਰੋਕ ਲੈਂਦਾ ਰਿਹਾ। ਅਖੀਰ ਫਿਰ ਹੁਣ ਧੀਰਮਲ ਨੇ ਇਰਾਦਾ ਧਾਰ ਲਿਆ ਵੀ ਕੋਈ ਜੋ ਮਰਜ਼ੀ ਆਖੇ ਮੈਂ ਜਾਵਾਂਗਾ। ਤਾਂ ਹੁਣ ਜਾਣ ਲਈ ਬਿਆਸ ਦਰਿਆ ਤੇ ਤਿਆਰ ਹੋਇਆ ਹੈ। ਉਸ ਤੋਂ ਅੱਗੇ ਦੀ ਜੋ ਲੜੀਵਾਰ ਕਥਾ ਵਿਚਾਰ ਹੈ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਜੋ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ। ਕਥਾ ਦੀ ਆਰੰਭਤਾ ਤੋਂ ਪਹਿਲਾਂ ਹਾਜ਼ਰੀਆਂ ਲਵਾਈਏ। ਸਮੂਹ ਸੰਗਤ ਜਪੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਠੇ ਪ੍ਰਭਾਤ ਕੋ ਤਿਆਰ ਪਾ ਕਰਿ ਸੌਚ ਇਸ਼ਨਾਨ। ਧੀਰਮਲ ਅੰਮ੍ਰਿਤ ਵੇਲੇ ਉੱਠਿਆ। ਦਿਨ ਦੇ ਚੜ੍ਹਾਅ ਤੇ ਉੱਠ ਕੇ ਇਹਨੇ ਉਸ ਵੇਲੇ ਸਰੀਰ ਦੀ ਕਿਰਿਆ ਜੋ ਸੀ ਉਹਨੂੰ ਕਰਕੇ ਸਰੀਰ ਦੀ ਸੁਚਮਤਾ ਕੀਤੀ, ਭਾਵ ਇਸ਼ਨਾਨ ਕੀਤਾ ਹੈ। ਤਾਂ ਬਹੁਤ ਜ਼ਿਆਦਾ ਮਲਾਹ ਸੱਦ ਲਏ ਉਹਨਾਂ। ਮਲਾਹਾਂ ਨੂੰ ਸੱਦ ਕੇ ਉਹਨਾਂ ਨਾਲ ਜ਼ੁਬਾਨ ਕੀਤੀ। ਉਹਨਾਂ ਨੂੰ ਆਖਿਆ ਵੀ ਤੁਹਾਨੂੰ ਬੜੀ ਮਾਇਆ ਮਿਲੇਗੀ ਜੇ ਮੇਰਾ ਕੰਮ ਕਰ ਦੋ। ਹੋਰ ਵੀ ਜਿਹੜੇ ਜਲ ਦੇ ਵਿੱਚ ਤਰਨਾ ਜਾਣਦੇ ਨੇ, ਜਿਹੜੇ ਗੋਤਾਖੋਰ ਨੇ, ਜਿਨ੍ਹਾਂ ਨੂੰ ਤੈਰਨ ਦੀ ਕਲਾ ਆਉਂਦੀ ਹੈ, ਜਿੱਥੇ ਜਿੱਥੇ ਦੱਸ ਪਈ ਵੀ ਇਹ ਬੰਦਾ ਚੰਗਾ ਤੈਰਾਕ ਹੈ। ਧੀਰਮਲ ਨੇ ਉਹ ਸੁਣ ਸੁਣ ਕੇ ਪੁੱਛ ਪੁੱਛ ਕੇ ਸਾਰੇ ਇੱਦਾਂ ਦੇ ਜਿਹੜੇ ਬੰਦੇ ਸੀ ਉਹ ਸੱਦ ਲਏ। ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਹਨੇ ਜਾਲ ਮੰਗਾ ਲਏ। ਤਾਂ ਇਸ ਤਰ੍ਹਾਂ ਜੋ ਜੋ ਵੀ ਲੋੜੀ ਦਾ ਸਮਾਨ ਸੀ, ਜਿੰਨੇ ਬੰਦਿਆਂ ਦੀ ਲੋੜ ਸੀ, ਉਹ ਸਭ ਕੁਛ ਇਹਨੇ ਇਕੱਠਾ ਕਰ ਲਿਆ, ਸਾਰੀ ਤਿਆਰੀ ਕਰਵਾ ਲਈ। ਤਾਂ ਇਹਦੇ ਵਾਸਤੇ ਸੋਹਣੀ ਕਾਠੀ ਪਾ ਕੇ ਬੜਾ ਸੁੰਦਰ ਘੋੜਾ ਆਇਆ ਤਿਆਰ ਕਰਕੇ। ਤਾਂ ਇਹਨੇ ਤੁਰਨ ਤੋਂ ਪਹਿਲਾਂ ਵੱਡਿਆਂ ਸਤਿਗੁਰਾਂ ਨੂੰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਦਿ ਜਿੰਨੇ ਸਤਿਗੁਰੂ ਸੀ, ਉਹਨਾਂ ਨੂੰ ਮਨਾਇਆ, ਭਾਵ ਉਹਨਾਂ ਨੂੰ ਧਿਆਨ ਧਾਰਿਆ, ਉਹਨਾਂ ਅੱਗੇ ਅਰਦਾਸ ਕੀਤੀ ਹੈ। ਤਾਂ ਸਿਰ ਨਵਾ ਕੇ ਇਹਨੇ ਮਹਾਰਾਜ ਦਾ ਧਿਆਨ ਧਾਰ ਕੇ, ਗੁਰੂਆਂ ਦਾ ਧਿਆਨ ਧਾਰ ਕੇ ਨਮਸਕਾਰ ਕੀਤੀ ਵੀ ਮਹਾਰਾਜ ਜੀ, ਮੈਂ ਗੁਰਬਾਣੀ ਦਾ ਸਰੂਪ ਗ੍ਰੰਥ ਸਾਹਿਬ ਲੈਣ ਜਾ ਰਿਹਾ ਹਾਂ। ਕਿਰਪਾ ਕਰਕੇ ਮੇਰੀ ਮਨੋਕਾਮਨਾ ਪੂਰੀ ਕਰੋ, ਮੈਨੂੰ ਗੁਰਬਾਣੀ ਦਾ ਸਰੂਪ ਪ੍ਰਾਪਤ ਹੋ ਜਾਵੇ। ਜੇ ਮੇਰੇ ਤੇ ਕਿਰਪਾ ਕਰੋ, ਇਹ ਮੇਰਾ ਕਾਰਜ ਪੂਰਾ ਹੋ ਜੇ ਤੇ ਮੈਂ ਵਾਪਸ ਆ ਕੇ ਬੜੀ ਜ਼ਿਆਦਾ ਕੜਾਹ ਪ੍ਰਸ਼ਾਦੀ ਦੇਗ ਕਰਵਾਵਾਂਗਾ। ਤੇ ਕਿਰਪਾ ਕਰ ਦਿਓ ਮੈਨੂੰ ਗ੍ਰੰਥ ਮਿਲ ਜੇ। ਜੇ ਗ੍ਰੰਥ ਮਿਲ ਜਾਵੇ ਮੈਨੂੰ ਗੁਰਬਾਣੀ ਦਾ, ਤਾਂ ਮੈਂ ਆ ਕੇ ਬੜੀ ਸੇਵਾ ਕਰਾਂਗਾ, ਬੜੀ ਦੇਗ ਕਰਾਵਾਂਗਾ। ਤਾਂ ਇਸ ਤਰ੍ਹਾਂ ਬੜੀਆਂ ਸੁਖਣਾ ਸੁਖੀਆਂ ਹਨ ਇਹਨੇ। ਤਾਂ ਉਸ ਵੇਲੇ ਬਹੁਤ ਸੁੰਦਰ ਜਿਹੜਾ ਘੋੜਾ ਸੀ ਤਿਆਰ ਕੀਤਾ ਹੋਇਆ, ਮਹਾਰਾਜ ਨੂੰ ਧਿਆ ਕੇ, ਗੁਰੂਆਂ ਨੂੰ ਧਿਆ ਕੇ ਘੋੜੇ ਤੇ ਸਵਾਰ ਹੋ ਗਿਆ। ਤਾਂ ਇਹਦੇ ਮਨ ਵਿੱਚ ਬੜਾ ਭਰੋਸਾ ਸੀ ਵੀ ਮੇਰਾ ਕੰਮ ਹੋ ਜਾਏਗਾ।
ਇਹੀ ਭਰੋਸਾ ਕਰਕੇ ਇਹਨੇ ਜਾਣ ਲਿਆ ਵੀ ਮੈਂ ਚੱਲਿਆ, ਮੇਰਾ ਕਾਰਜ ਹੋ ਜਾਣਾ। ਇਸ ਗੱਲ ਦੀ ਇਹਦੇ ਮਨ ਵਿੱਚ ਬੜੀ ਖੁਸ਼ੀ ਹੈ, ਚਾਹ ਹੈ। ਜਿਸ ਤੇ ਔਰ ਨਾ ਭਲੋ ਕਡੇਰੋ। ਤਾਂ ਇਹਦੇ ਵਾਸਤੇ ਤਾਂ ਇਸ ਤੋਂ ਵੱਡੀ ਹੋਰ ਕੋਈ ਗੱਲ ਹੀ ਨਹੀਂ, ਇਹਦੇ ਤੋਂ ਵੱਡਾ ਕੋਈ ਕਾਰਜ ਹੀ ਨਹੀਂ ਹੈ। ਮਾਰਗ ਦਾ ਨਰ ਪ੍ਰਿੰਦ। ਨਾਲ ਬਹੁਤ ਜ਼ਿਆਦਾ ਮਲਾਹ, ਤਰਾਕ ਤੇ ਹੋਰ ਬੰਦੇ ਲੈ ਕੇ ਇਹ ਰਾਹ ਤੇ ਤੁਰ ਪਿਆ। ਸੰਗ ਦੇ ਬਸ ਹੋਏ ਚੱਲਿਓ ਬਸੰਦ। ਤੇ ਨਾਲ ਜਿਹੜਾ ਸ਼ੀਹਾ ਮਸੰਦ ਸੀ, ਜਿਹੜਾ ਇਹਨੂੰ ਰੋਕਦਾ ਸੀ ਵੀ ਨਾ ਜਾ, ਪਰ ਜਦੋਂ ਧੀਰਮਲ ਤੁਰ ਪਿਆ ਉਹਦਾ ਕੋਈ ਵਸ ਨਾ ਚੱਲਿਆ ਤੇ ਮਜਬੂਰੀ ਦੇ ਮਾਰੇ ਉਹਨੂੰ ਵੀ ਨਾਲ ਜਾਣਾ ਪਿਆ। ਇਸ ਨਰ ਕੋਲਾ ਸੰਗ ਕਰਿਓ ਹੈ। ਤਾਂ ਇਸ ਤਰ੍ਹਾਂ ਜਿਹੜਾ ਸੁਨੇਹਾ ਲੈ ਕੇ ਆਇਆ ਬੰਦਾ, ਜਿਹਦੇ ਹੱਥ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਦੇਸ਼ ਭੇਜਿਆ, ਉਹ ਬੰਦਾ ਵੀ ਨਾਲ ਲੈ ਲਿਆ ਇਹਨਾਂ ਨੇ। ਆਨੇ ਦੇ ਪਾਸਾ ਕੂਲ ਖਰਿਓ ਹੈ। ਤੇ ਧੀਰਮਲ ਆਪਣਾ ਸਾਰਾ ਲਸ਼ਕਰ ਲੈ ਕੇ ਸਾਰੀ ਤਿਆਰੀ ਦੇ ਨਾਲ ਬਿਆਸ ਦਰਿਆ ਦੇ ਕੰਢੇ ਤੇ ਆਣ ਖਲੋਤਾ ਹੈ। ਜਿਹੜਾ ਥਾਂ ਉਸ ਬੰਦੇ ਨੇ, ਜਿਹਨੇ ਅੱਖੀ ਵੇਖਿਆ ਮਹਾਰਾਜ ਨੂੰ ਸਰੂਪ ਰੱਖਦਿਆਂ ਜਲ ਦੇ ਵਿੱਚ, ਗੁਰਬਾਣੀ ਦਾ ਸਰੂਪ ਗ੍ਰੰਥ ਸਾਹਿਬ ਰੱਖਦਿਆਂ ਜਿਹਨੇ ਅੱਖੀਂ ਵੇਖਿਆ ਤੇ ਜਿਹਦੇ ਹੱਥ ਮਹਾਰਾਜ ਨੇ ਸੁਨੇਹਾ ਭੇਜਿਆ ਨਾ, ਉਸ ਬੰਦੇ ਨੇ ਜਿਹੜੀ ਥਾਂ ਦੱਸੀ, ਜਿਹੜਾ ਟਿਕਾਣਾ ਦੱਸਿਆ ਹੈ, ਤਾਂ ਉਹ ਜਗ੍ਹਾ ਪਛਾਣ ਕਰਕੇ ਉਹਦੇ ਕੋਲੋਂ ਪੁੱਛ ਕੇ ਉੱਥੇ ਆ ਕੇ ਇਹਨਾਂ ਡੇਰਾ ਲਾ ਲਿਆ ਹੈ। ਉੱਥੇ ਤੰਬੂ ਲਾ ਲਏ, ਉੱਥੇ ਚਾਨਣੀਆਂ ਲਾ ਲਈਆਂ ਹਨ। ਤਾਂ ਜਿੰਨੇ ਵੀ ਤਰਾਕੇ ਸਨ, ਗੋਤਾਖੋਰ ਸਨ, ਉਹ ਸਾਰੇ ਪਹੁੰਚ ਗਏ। ਤਾਂ ਧੀਰਮਲ ਨੇ ਸਾਰਿਆਂ ਨੂੰ ਬੜਾ ਹੌਸਲਾ ਦਿੱਤਾ ਹੈ। ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਹੌਸਲਾ ਦੇ ਕਰਕੇ ਕੰਮ ਤੇ ਲਾਇਆ। ਕਹਿਣ ਲੱਗਾ ਆਪਣਾ ਕਾਰਜ ਹੋ ਜਾਣਾ, ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ, ਤੁਸੀਂ ਜਾ ਕੇ ਜਲ ਦੇ ਵਿੱਚ ਹੁਣ ਲੱਗ ਜਾਓ ਕੰਮ ਤੇ, ਗੁਰਬਾਣੀ ਦਾ ਸਰੂਪ ਲੱਭੋ ਤੇ ਮੇਰੀ ਆਸ ਪੂਰੀ ਕਰ ਦਿਓ ਮਨ ਦੀ। ਤੁਹਾਨੂੰ ਬਹੁਤ ਜ਼ਿਆਦੀ ਮਾਇਆ ਦਿਆਂਗਾ, ਨਾਲ ਤੁਹਾਨੂੰ ਰੇਸ਼ਮ ਦੇ ਸੋਹਣੇ ਕੱਪੜੇ ਭੇਟਾ ਕਰਾਂਗਾ। ਜਦੋਂ ਤੁਸੀਂ ਗ੍ਰੰਥ ਸਾਹਿਬ ਲੈ ਕੇ ਆਓਗੇ ਨਾ ਮੇਰੇ ਕੋਲ, ਜਲ ਚੋਂ ਕੱਢ ਕੇ, ਜਲ ਚੋਂ ਲੱਭ ਕੇ ਗੁਰਬਾਣੀ ਦੀ ਪੋਥੀ ਲੈ ਕੇ ਆਓਗੇ, ਮੈਂ ਉਦੋਂ ਤੁਹਾਡਾ ਬੜਾ ਮਾਣ ਸਨਮਾਨ ਕਰਾਂਗਾ। ਤਾਂ ਉਹ ਜਿਹੜੇ ਮਲਾਹ ਸੀ, ਜਿਹੜੇ ਤਰਾਕ ਸੀ, ਉਹ ਧੀਰਮਲ ਦੀ ਗੱਲ ਸੁਣ ਕੇ ਜਲ ਦੇ ਵਿੱਚ ਵੜ ਗਏ। ਤਾਂ ਉਹਨਾਂ ਨੇ ਜਾ ਕੇ ਉੱਥੇ ਫਿਰ ਜਿਹੜੇ ਵੱਡੇ ਵੱਡੇ ਜਾਲ ਸੀ, ਉਹ ਸਾਰੇ ਜਲ ਦੇ ਵਿੱਚ ਸਿੱਟ ਦਿੱਤੇ। ਤਾਂ ਉਹ ਜਾ ਕੇ ਜਲ ਦੇ ਵਿੱਚੋਂ, ਬਿਆਸ ਦਰਿਆ ਦੇ ਪਾਣੀ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੱਭਣ ਲੱਗੇ ਹਨ। ਤਾਂ ਕਿੰਨੇ ਜ਼ਿਆਦਾ ਉਹਨਾਂ ਨੇ ਯਤਨ ਕੀਤੇ। ਕਈ ਵਾਰ ਜਿਹੜੇ ਗੋਤਾਖੋਰ ਨੇ ਕਿੰਨੀ ਵਾਰ ਇੱਕ ਜਗ੍ਹਾ ਨੂੰ ਤਲਾਸ਼ਦੇ ਨੇ, ਵਾਰ-ਵਾਰ ਚੱਕਰ ਕੱਢਦੇ, ਪਰ ਉਹਨਾਂ ਨੂੰ ਮਿਲਦਾ ਕੁਝ ਨਹੀਂ। ਤਾਂ ਇਸ ਤਰ੍ਹਾਂ ਉਹ ਲੱਭਦੇ ਨੇ, ਬਾਹਰ ਆਉਂਦੇ ਨੇ, ਫਿਰ ਦੁਬਾਰਾ ਡੁਬਕੀ ਮਾਰਦੇ ਹਨ ਜਲ ਦੇ ਵਿੱਚ। ਇੱਧਰ ਉੱਧਰ ਪਾਣੀ ਦੇ ਵਿੱਚ ਤੁਰੇ ਫਿਰਦੇ ਨੇ, ਜਾਲ ਖਿਲਾਰ ਕੇ। ਕੁਝ ਵਿਚਾਲੇ ਤੁਰੇ ਫਿਰਦੇ ਨੇ, ਕੁਝ ਦੋਵਾਂ ਕਿਨਾਰਿਆਂ ਤੇ ਲੱਭ ਰਹੇ ਹਨ। ਕਿਤੇ ਥੋੜਾ ਜਾਲੇ ਉੱਥੇ ਵੀ ਲੱਭੀ ਜਾਂਦੇ ਨੇ, ਜਿੱਥੇ ਬਹੁਤ ਜ਼ਿਆਦਾ ਡੂੰਘਾ ਜਾਲ ਹੈ ਉੱਥੇ ਵੀ ਲੱਭ ਰਹੇ ਹਨ। ਤਾਂ ਬੜੇ ਉਹਨਾਂ ਨੇ ਯਤਨ ਕੀਤੇ, ਹਰ ਹੀਲਾ ਵਰਤਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੱਭਣ ਦਾ। ਤਾਂ ਕਈ ਤਾਂ ਜਲ ਦੇ ਵਿੱਚ ਡੁੱਬੇ ਹੀ, ਜਲ ਦੇ ਵਿੱਚ ਡੁਬਕੀਆਂ ਲਾ ਕੇ ਕਿੰਨਾ ਅੱਗੇ ਤੱਕ ਤੁਰੇ ਫਿਰਦੇ ਹਨ। ਤੇ ਕਈ ਮਨ ਵਿੱਚ ਅਰਦਾਸਾਂ ਕਰਦੇ ਨੇ, ਸ੍ਰੀ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਵੀ ਕਿਰਪਾ ਕਰੋ,
ਇਹੋ ਜੀ ਕੋਈ ਖੇਡ ਰਚੋ, ਕੌਤਕ ਰਚੋ, ਜਿਹਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੱਭ ਜਾਵੇ। ਤਾਂ ਕਈ ਜਿਹੜੇ ਨੇ ਨਾ, ਕੋਈ ਤਾਂ ਹੁਣ ਜਲ ਦੇ ਵਿੱਚ ਲੱਗੇ ਹੋਏ ਨੇ, ਹਰ ਹੀਲਾ ਵਰਤਨ ਦੇ ਨੇ, ਕੁਝ ਲਾਗੇ ਖਲੋ ਕੇ ਦੱਸਦੇ ਵੀ ਇੰਜ ਨਹੀਂ ਇੰਜ ਕਰੋ, ਆਹ ਤਰੀਕਾ ਵਰਤੋ, ਫਿਰ ਤੁਹਾਨੂੰ ਸਰੂਪ ਲੱਭੇਗਾ। ਕੁਝ ਜ਼ੋਰ ਲਾਉਂਦੇ ਨੇ ਵਿੱਚ ਜਾ ਕੇ ਜਲ ਦੇ, ਆਪਣੇ ਬਾਹਾਂ ਦੇ ਜ਼ੋਰ ਦੇ ਨਾਲ ਤੈਰ ਕੇ ਸਰੂਪ ਲੱਭਦੇ ਮਹਾਰਾਜ ਦਾ, ਤੇ ਕੁਝ ਬੁੱਧੀ ਦੇ ਬਲ ਦੇ ਨਾਲ ਸੋਚ ਸੋਚ ਕੇ ਸਲਾਹਾਂ ਦੇ ਰਹੇ ਹਨ। ਤਾਂ ਉਹਨਾਂ ਨੂੰ ਜਦੋਂ ਲੱਭਦਾ ਨਹੀਂ, ਕਈਆਂ ਦੀ ਫਿਰ ਆਸ ਟੁੱਟ ਜਾਂਦੀ ਹੈ, ਕਈ ਸੋਚਣ ਲੱਗ ਪੈਂਦੇ ਵੀ ਨਹੀਂ ਲੱਭਣਾ। ਤਾਂ ਕੋਲ ਖੜਾ ਧੀਰਮਲ ਉਹਨਾਂ ਨੂੰ ਦਿਲਾਸਾ ਦਿੰਦਾ ਵੀ ਹਿੰਮਤ ਨਾ ਹਾਰੋ। ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਵੱਡੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਸਾਡੇ ਸਤਿਗੁਰੂ ਜੀ ਸਾਡੀ ਆਸ ਜ਼ਰੂਰ ਪੂਰੀ ਕਰਨਗੇ। ਮੰਜੀ ਦੇ ਸਮੇਤ ਜਿਹੜੇ ਪੀੜੇ ਤੇ ਮਹਾਰਾਜ ਜੀ ਨੂੰ ਸੁਸ਼ੋਭਿਤ ਕੀਤਾ ਹੋਇਆ ਨਾ, ਉਹਦੇ ਸਮੇਤ ਆਪਾਂ ਨੂੰ ਗ੍ਰੰਥ ਲੱਭ ਜਾਏਗਾ। ਇਸ ਤਰ੍ਹਾਂ ਮੇਰੇ ਮਨ ਦੇ ਵਿੱਚ ਭਰੋਸਾ ਹੈ, ਮੇਰਾ ਮਨ ਕਹਿੰਦਾ ਵੀ ਆਪਾਂ ਨੂੰ ਗੁਰਬਾਣੀ ਦਾ ਸਰੂਪ ਮਿਲ ਜਾਏਗਾ। ਤਾਂ ਉਸ ਵੇਲੇ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਛਕਾਈ, ਸਾਰਿਆਂ ਨੂੰ ਸੰਤੁਸ਼ਟ ਕੀਤਾ, ਜਿਨ੍ਹਾਂ ਨੂੰ ਭੁੱਖ ਲੱਗੀ ਸੀ ਉਹਨਾਂ ਨੂੰ ਰਜਾ ਦਿੱਤਾ। ਤਾਂ ਇੱਕ ਦਿਨ ਦੇ ਵਿੱਚ ਹੀ ਕੰਮ ਨਹੀਂ ਹੋ ਗਿਆ, ਕਈ ਦਿਨ ਲਗਾਤਾਰ ਜਾ ਕੇ ਉੱਥੇ ਇਹ ਯਤਨ ਕਰਦੇ ਰਹੇ, ਜਲ ਦੇ ਵਿੱਚ ਟੁੱਬੀਆਂ ਲਾਉਂਦੇ ਰਹੇ, ਕਈ ਦਿਨ ਲਗਾਤਾਰ ਭਾਲ ਕਰਦੇ ਰਹੇ। ਤਾਂ ਜਿਵੇਂ ਜਿਵੇਂ ਉਹਨਾਂ ਗੋਤਾਖੋਰਾਂ ਨੂੰ, ਉਹਨਾਂ ਮਲਾਹਾਂ ਨੂੰ ਧੀਰਮਲ ਹੁਕਮ ਕਰਦਾ, ਉਵੇਂ ਉਵੇਂ ਧੀਰਮਲ ਦੇ ਬਚਨਾਂ ਨੂੰ ਮੰਨ ਕੇ, ਹੁਕਮਾਂ ਨੂੰ ਮੰਨ ਕੇ, ਉਹ ਜਿਹੜੇ ਬੰਦੇ ਨੇ, ਮਲਾਹ ਨੇ, ਗੋਤਾਖੋਰ ਨੇ, ਉਹ ਤਨ ਮਨ ਦੇ ਨਾਲ ਆਪਣਾ ਜ਼ੋਰ ਲਾ ਰਹੇ ਨੇ, ਹਰ ਹੀਲਾ ਵਰਤ ਰਹੇ ਹਨ। ਇਸ ਤਰ੍ਹਾਂ ਇੱਕ ਦਿਨ ਬੀਤ ਗਿਆ, ਦੂਜਾ ਦਿਨ ਵੀ ਇਸੇ ਤਰ੍ਹਾਂ ਬੀਤ ਗਿਆ ਲੱਭਦਿਆਂ। ਸਾਰਿਆਂ ਦੇ ਮਨ ਦੇ ਵਿੱਚ ਹੁਣ ਚਿੰਤਾ ਹੋਣ ਲੱਗੀ ਵੀ 2 ਦਿਨ ਹੋ ਗਏ ਲੱਭਦਿਆਂ ਮਹਾਰਾਜ ਦਾ ਸਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਰਚਿਆ ਸੀ। ਤਾਂ 2 ਦਿਨ ਬੀਤ ਗਏ, ਅਜੇ ਤੱਕ ਲੱਭਾ ਨਹੀਂ। ਤਾਂ ਮਨ ਦੇ ਵਿੱਚ ਚਿੰਤਾ ਹੋਣ ਲੱਗੀ। ਫਿਰ ਕਿਸੇ ਨੇ ਸੋਚਣਾ ਵੀ ਜਲ ਦੇ ਵਿੱਚ ਅੱਗੇ ਰੁੜ ਗਿਆ ਹੋਏਗਾ, ਕਿਸੇ ਨੇ ਸੋਚਣਾ ਦੱਬਿਆ ਗਿਆ ਹੋਏਗਾ, ਕਿਸੇ ਨੇ ਸੋਚਣਾ ਕਾਗਜ਼ ਗਲ ਗਿਆ ਹੋਏਗਾ। ਤਾਂ ਸਾਰੇ ਆਪਣੇ ਆਪਣੇ ਮਨ ਦੇ ਵਿੱਚ ਚਿੰਤਾ ਕਰਦੇ ਹਨ। ਤਾਂ ਜਿਹੜੇ ਬੰਦੇ ਸੱਦੇ ਨੇ ਨਾ, ਜਿਹਦੇ ਹੱਥ ਸੁਨੇਹਾ ਗਿਆ, ਜਿਹੜਾ ਸਾਰਿਆਂ ਨੂੰ ਸੱਦ ਕੇ ਲਿਆਇਆ, ਉਹਨੂੰ ਆਪਣੇ ਕੋਲ ਸੱਦਿਆ ਹੈ, ਬੁਲਾਇਆ ਹੈ। ਧੀਰਮਲ ਕਹਿੰਦਾ ਸੱਚੋ ਸੱਚ ਦੱਸ, ਤੂੰ ਮਹਾਰਾਜ ਨੂੰ ਗ੍ਰੰਥ ਰੱਖਦਿਆਂ ਵੇਖਿਆ ਵੀ ਹੈ ਕਿ ਨਹੀਂ? ਤੂੰ ਆਪਣੇ ਅੱਖੀਂ ਵੇਖਿਆ ਵੀ ਗ੍ਰੰਥ ਰੱਖਿਆ ਜਲ ਦੇ ਵਿੱਚ? ਤਾਂ ਕਿਹੜੀ ਜਗ੍ਹਾ ਸੀ? ਚੰਗੀ ਤਰ੍ਹਾਂ ਯਾਦ ਕਰਕੇ ਦੱਸ ਵੀ ਮਹਾਰਾਜ ਨੇ ਕਿਹੜੇ ਟਿਕਾਣੇ ਤੇ, ਕਿਹੜੀ ਜਗ੍ਹਾ ਤੇ ਗ੍ਰੰਥ ਰਖਵਾਇਆ ਸੀ। ਵੀ ਉਹ ਵਿੱਚ ਹੀ ਬਹਿ ਗਿਆ ਸੀ, ਇੱਕ ਜਗ੍ਹਾ ਟਿਕ ਗਿਆ ਸੀ, ਕਿ ਪਾਣੀ ਦੇ ਵਹਾਅ ਨਾਲ ਅੱਗੇ ਰੁੜ ਗਿਆ ਸੀ? ਤਾਂ ਇਸ ਤਰ੍ਹਾਂ ਜਦੋਂ ਧੀਰਮਲ ਨੇ ਪੁੱਛਿਆ, ਇਹਦੀ ਗੱਲ ਸੁਣ ਕੇ ਉਸ ਰਾਹਗੀਰ ਨੇ ਇਹਨੂੰ ਦੱਸਿਆ ਹੈ ਵੀ ਮੇਰੇ ਵੇਖਦਿਆਂ ਇੱਕ ਸਿੱਖ ਸਮੇਤ ਪੀੜਾ ਸਾਹਿਬ ਦੇ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਲ ਦੇ ਵਿੱਚ ਵੜਿਆ, ਸਿਰ ਤੇ ਰੱਖ ਕੇ। ਮੇਰੇ ਵੇਖਦਿਆਂ ਹੀ ਸਿਰ ਤੋਂ ਉਹਨੇ ਮਹਾਰਾਜ ਦਾ ਸਰੂਪ ਉਤਾਰ ਕੇ ਵਿੱਚ ਰੱਖਿਆ। ਤਾਂ ਇਸੇ ਜਗ੍ਹਾ ਦੇ ਉੱਤੇ ਹੀ ਉਹਨੇ ਜਲ ਦੇ ਵਿੱਚ ਟਿਕਾ ਦਿੱਤਾ ਮੇਰੇ ਸਾਹਮਣੇ ਸਰੂਪ ਨੂੰ। ਫਿਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ
ਤਾਂ ਚੰਗੀ ਤਰ੍ਹਾਂ ਜਦੋਂ ਵੇਖ ਲਿਆ, ਮਹਾਰਾਜ ਨੇ ਆਪ ਵੇਖਿਆ ਵੀ ਸਿੱਖ ਨੇ ਚੰਗੀ ਤਰ੍ਹਾਂ ਸਵਾਰ ਕੇ ਰੱਖਿਆ ਮਹਾਰਾਜ ਦਾ ਸਰੂਪ। ਨਮੋ ਠਾਣੇ ਕਾਰਿਗਮਨੇ ਆਗੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਬਾਣੀ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਨਮਸਕਾਰ ਕਰਕੇ ਸਿਰ ਝੁਕਾ ਕੇ ਅੱਗੇ ਨੂੰ ਤੁਰ ਪਏ। ਸਰਬ ਲੋਕ ਤਿਨ ਕੈ ਸੰਗ ਲਾਗੇ। ਤਾਂ ਜਿੰਨੇ ਵੀ ਸਿੱਖ ਸੀ, ਸੰਗਤਾਂ ਸੀ, ਪਰਿਵਾਰ ਸੀ, ਸਾਰੇ ਲੋਕ ਮਹਾਰਾਜ ਦੇ ਨਾਲ ਤੁਰ ਪਏ। ਇਹ ਥਾਂ ਜਬ ਨਰ ਕੋਇ ਨ ਖਲਿਓ। ਤਾਂ ਜਦੋਂ ਇਸ ਜਗ੍ਹਾ ਤੇ ਕੋਈ ਵੀ ਬੰਦਾ ਨਾ ਰਹਿ ਗਿਆ, ਮਹਾਰਾਜ ਦੇ ਨਾਲ ਸਾਰੇ ਹੀ ਚਲੇ ਗਏ, ਇਹ ਜਗ੍ਹਾ ਖਾਲੀ ਹੋ ਗਈ। ਮੈਂ ਤੁਮਰੀ ਦੇਸ਼ੇ ਮਾਰਗ ਚਲਿਓ। ਮੈਂ ਉਦੋਂ ਤੇਰੇ ਵੱਲ ਤੁਰਿਆ ਵੀ ਕਿਤੇ ਇਹ ਨਾ ਸੋਚ ਲਵੇ ਵੀ ਮੈਂ ਪਹਿਲਾਂ ਹੀ ਤੁਰ ਪਿਆ ਹੋਵਾਂ ਤੇ ਸਿੱਖਾਂ ਨੇ ਫਿਰ ਮਹਾਰਾਜ ਦਾ ਸਰੂਪ ਲੈ ਲਿਆ ਹੋਵੇ। ਨਹੀਂ, ਜਿੰਨਾ ਚਿਰ ਸਾਰੇ ਤੁਰ ਨਹੀਂ ਪਏ, ਇੱਥੋਂ ਚਲੇ ਨਹੀਂ ਗਏ, ਉਹਨਾਂ ਚਿਰ ਮੈਂ ਖੜਾ ਰਿਹਾ ਇੱਥੇ। ਸਾਰਿਆਂ ਦੇ ਜਾਣ ਤੋਂ ਬਾਅਦ ਤੁਰਿਆ ਹਾਂ। ਕੈ ਸਿਕਤਾਈ ਉਪਰ ਕੋ ਫਿਰਿਓ। ਤਾਂ ਇਸ ਤਰ੍ਹਾਂ ਇਹ ਹੋ ਸਕਦਾ ਵੀ ਜਿਹੜੀ ਰੇਤ ਹੈ ਨਾ ਜਲ ਦੇ ਵਿੱਚ, ਉਹ ਫਿਰ ਗਈ ਹੋਵੇ ਸਰੂਪ ਦੇ ਉੱਪਰ ਦੀ, ਭਾਵ ਗੁਰਬਾਣੀ ਦੇ ਸਰੂਪ ਦੇ ਉੱਪਰ ਰੇਤਾ ਚੜ ਗਈ ਹੋਵੇ, ਰੇਤਾ ਦੇ ਥੱਲੇ ਨਾ ਦਬ ਗਿਆ ਹੋਵੇ। ਕੈ ਜਲ ਦੇਖ ਬਹਾਵਨ ਕਰਿਓ। ਤੇ ਜਾਂ ਫਿਰ ਇਹ ਵੀ ਹੋ ਸਕਦਾ ਵੀ ਜਲ ਦਾ ਭਾਵ ਬੜਾ ਤੇਜ਼ ਹੈ ਤੇ ਤੇਜ਼ ਪ੍ਰਵਾਹ ਦੇ ਵਿੱਚ ਵਹਿ ਗਿਆ ਹੋਵੇ ਸਰੂਪ। ਤੇ ਤਲਾ ਔਰ ਕੁਝ ਪਾਈਏ। ਇਸ ਕਰਕੇ ਜਿਹੜੀ ਜਗ੍ਹਾ ਮੈਂ ਤੁਹਾਨੂੰ ਦੱਸਦਾ ਪਿਆ ਨਾ, ਇਹਦੇ ਥੱਲੇ ਹੀ ਖੋਜ ਕਰਾਓ, ਹੋਰ ਬੰਦੇ ਲਾ ਕੇ ਜ਼ਿਆਦਾ ਲੱਭੋ। ਮਿਹਨਤ ਕਰੇ ਸੋ ਦੁਰਲਭ ਪਾਈਏ। ਤਾਂ ਮਿਹਨਤ ਕਰੋ ਜਿਹਦੇ ਨਾਲ ਜੋ ਦੁਰਲਭ ਹੈ ਗੁਰਬਾਣੀ ਦਾ ਗ੍ਰੰਥ, ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਰਚਿਆ, ਉਹ ਪਾਵਨ ਗ੍ਰੰਥ ਪ੍ਰਾਪਤ ਹੋ ਜਾਵੇ। ਇਸ ਵਾਸਤੇ ਯਤਨ ਕਰੋ। ਸਰਿਤਾ ਜਿਹਾ ਗ੍ਰੰਥ ਹੈ ਇਹਾਂ। ਤਾਂ ਉਹ ਗ੍ਰੰਥ ਪਾਵਨ ਸਰੂਪ ਇੱਥੇ ਨਦੀ ਦੇ ਵਿੱਚ ਹੀ ਹੈ। ਪਰਮੇਸ਼ਰ ਕੀ ਜਹ ਦ੍ਰਿੜ ਮਹਾਂ। ਤਾਂ ਹੁਣ ਮਨ ਨਾ ਡਲਾਓ, ਮੇਰੀ ਗੱਲ ਤੇ ਯਕੀਨ ਕਰੋ, ਮੇਰੇ ਤੇ ਭਰੋਸਾ ਕਰੋ ਪੱਕਾ। ਧੀਰ ਮਨ ਸੁਨ ਬਾਕੀ ਉਚਾਰ। ਤਾਂ ਉਹਦੀ ਗੱਲ ਸੁਣ ਕੇ ਉਸ ਵੇਲੇ ਧੀਰਮਲ ਕਹਿਣ ਲੱਗਾ ਹੈ, ਨ ਪ੍ਰਾਪਤ ਖੋਜ ਤਿਹਾਰੇ। ਕਹਿੰਦਾ ਜੇ ਇੱਥੇ ਹੀ ਹੈ, ਅਸੀਂ ਤਾਂ ਲੱਭ ਲੱਭ ਥੱਕ ਗਏ, ਸਾਨੂੰ ਮਿਲਦਾ ਕਿਉਂ ਨਹੀਂ। ਤਰੀਕ ਸਹਿਜਤ ਨ ਬਤਾਵਹੁ। ਤਾਂ ਜਿਹੜੇ ਤਰੀਕੇ ਨਾਲ ਲੱਭ, ਜੇ ਕੋਈ ਇਹੋ ਜਿਹਾ ਤਰੀਕਾ ਦੱਸ, ਅਸੀਂ ਤਾਂ ਲੱਭ ਲੱਭ ਹਾਰ ਗਏ, ਸਾਨੂੰ ਤਾਂ ਲੱਭਾ ਨਹੀਂ, ਤੂੰ ਹੀ ਕੋਈ ਤਰੀਕਾ ਦੱਸ ਦੇ। ਮਾਮ ਆ ਗਵਨ ਕੀਆਂ ਸਫਲ ਲਾਵਹੁ। ਤਾਂ ਜਿਹੜਾ ਮੈਂ ਇੱਥੇ ਆਇਆ ਨਾ ਚੱਲ ਕੇ, ਕੋਈ ਤਰੀਕਾ ਦੱਸ ਕੇ ਸਰੂਪ ਲਭਾ ਦੇ ਗੁਰਬਾਣੀ ਦਾ, ਤੇ ਮੇਰਾ ਇੱਥੇ ਆਉਣਾ ਸਫਲਾ ਕਰ ਦੇ। ਕੀ ਮਾਰ ਸਿਕਤਾ ਹੀ ਰਹਿ। ਤਾਂ ਟੁਬਕੀ ਮਾਰ ਕੇ ਤੇ ਉਸ ਵੇਲੇ ਜਿਹੜੇ ਟੋਬੇ ਨੇ, ਜਿਹੜੇ ਗੋਤਾਖੋਰ ਨੇ ਨਾ, ਉਹ ਥੱਲੇ ਰੇਤ ਵੇਖਦੇ ਨੇ ਹਟਾ ਹਟਾ ਕੇ। ਹੱਥ ਨੇ ਤੇ ਗਹਿ ਜਾਲੀਅਤ ਪ੍ਰੀ ਰਹਿ। ਤਾਂ ਇਸ ਤਰ੍ਹਾਂ ਹੱਥਾਂ ਦੇ ਨਾਲ ਰੇਤਾਂ ਨੂੰ ਫੜ ਫੜ ਕੇ ਅੱਗੇ ਉਹ ਸਿੱਟਦੇ ਨੇ, ਜਲ ਦੇ ਨਾਲ ਰਲਾ ਰਲਾ ਕੇ ਅੱਗੇ ਨੂੰ ਕਰਦੇ ਹਨ। ਗਏ ਉਠਿਕਾਵਲ ਜਹਾਂ ਬਤਾਵਹੁ। ਤਾਂ ਜਿੱਥੇ ਵੀ ਤੂੰ ਆਖਿਆ, ਜਿੱਥੇ ਦੱਸੇਗਾ ਉੱਥੇ ਲੱਭ ਲੈਣਗੇ। ਤਾਂ ਤੈਨੂੰ ਜਿਹੜੀ ਜਗ੍ਹਾ ਲੱਗਦੀ ਨਾ ਵੀ ਮਹਾਰਾਜ ਨੇ ਇੱਥੇ ਸਰੂਪ ਟਿਕਾਇਆ, ਉਹ ਜਗ੍ਹਾ ਦੱਸ ਸਹੀ ਤਰ੍ਹਾਂ। ਇਹ ਤੇ ਤਰੇ ਦੂਰ ਖੁਜਵਾਵਹੁ। ਤਾਂ ਉਸੇ ਜਗ੍ਹਾ ਫਿਰ ਲੱਭ ਲਈਏ। ਐਵੇਂ ਆਸੇ-ਪਾਸੇ ਕਿਉਂ ਸਾਡੇ ਤੋਂ ਲਭਾ ਰਿਹਾ? ਆਸੇ-ਪਾਸੇ ਕਿਉਂ ਸਾਰੇ ਬੰਦੇ ਲਾਏ ਹੋਏ ਨੇ? ਸਹੀ ਸਹੀ ਟਿਕਾਣਾ ਦੱਸਦੇ, ਸਾਰਿਆਂ ਨੂੰ ਉੱਥੇ ਲਾ ਕੇ ਛੇਤੀ ਲੱਭ ਲਈਏ। ਨਾਲ ਬੋਲਿਓ ਪੁਨਹ ਬਤਾਵੈ। ਤਾਂ ਇਸ ਤਰ੍ਹਾਂ ਉਹ ਜਿਹੜਾ ਮਨੁੱਖ ਸੀ, ਉਹ ਫਿਰ ਦੱਸਣ ਲਈ ਬੋਲਿਆ ਹੈ ਜੇ ਤੁਮ ਚਾਹੋ ਗ੍ਰੰਥ ਵੀ ਪਾਵੈ। ਵੀ ਜੇ ਤਾਂ ਧੀਰਮਲ ਜੀ ਤੁਸੀਂ ਚਾਹੁੰਦੇ ਜੇ ਨਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਨੂੰ ਮਿਲ ਜੇ, ਜੇ ਸੱਚੀ ਉਹ ਗ੍ਰੰਥ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਮੈਨੂੰ ਇਹ ਗੱਲ ਕਹਿੰਦਿਆਂ ਡਰ ਵੀ ਲੱਗਦਾ। ਮੇਰਾ ਦਿਲ ਨਹੀਂ ਕਰਦਾ ਤੁਹਾਨੂੰ ਕਹਿਣ ਨੂੰ, ਪਰ ਮੈਂ ਬੜਾ ਢੀਠ ਜਿਹਾ ਹੋ ਕੇ ਤੁਹਾਡੇ ਅੱਗੇ ਇਹ ਗੱਲ ਕਹਿੰਦਾ ਹਾਂ। ਇਸ ਪ੍ਰਕਾਰ ਬਤ ਮੰਨੋ ਮੇਰੇ। ਜੇ ਤਾਂ ਸੱਚੀਓ ਤੁਹਾਨੂੰ ਚਾਹੀਦਾ ਹੈ ਨਾ ਸਰੂਪ ਗੁਰਬਾਣੀ ਦਾ, ਜੇ ਤੁਹਾਨੂੰ ਮਹਾਰਾਜ ਦੀ ਬੀੜ ਚਾਹੀਦੀ ਹੈ, ਤਾਂ ਜਿਹੜਾ ਮੈਂ ਬਚਨ ਕਹਿ ਰਿਹਾ ਉਹਨੂੰ ਮੰਨ ਲਓ। ਵੈ ਨਿਸ਼ਕਪਟ
ਤਾਂ ਫਿਰ ਮਨ ਦੇ ਵਿੱਚੋਂ ਖੋਟ ਕੱਢ ਦਿਓ। ਤੁਹਾਡੇ ਮਨ 'ਚ ਜਿਹੜੇ ਕਪਟ ਨੇ ਨਾ ਚੱਲਦੇ ਨੇ, ਖੋਟ ਚੱਲਦੀ ਹੈ, ਉਹ ਵੀ ਕੱਢ ਦਿਓ ਤੇ ਮਨ ਦਾ ਹੰਕਾਰ ਦੂਰ ਕਰੋ ਪਹਿਲਾਂ। ਧਰਮ ਭਾਏ ਸੁਵਿਧਾ ਕਰ ਚਿੱਤ ਕੋ। ਤਾਂ ਇਹ ਕਿਤਾਬ ਨਾਲ ਚੰਗੀ ਤਰ੍ਹਾਂ ਆਪਣੇ ਮਨ ਨੂੰ ਸਾਫ਼ ਕਰੋ। ਜਿਹੜੇ ਮਨ ਦੇ ਵਿੱਚ ਵਲ ਨੇ ਨਾ, ਵਲ ਇਹ ਕੱਢੋ ਪਹਿਲਾਂ, ਤੇ ਇੱਕ ਸਾਰ ਆਪਣੇ ਮਨ ਨੂੰ ਸਾਫ਼ ਕਰਕੇ, ਕਪਟ ਤੋਂ ਰਹਿਤ ਕਰਕੇ, ਹੰਕਾਰ ਤੋਂ ਰਹਿਤ ਕਰੋ। ਸ੍ਰੀ ਨਾਨਕ ਆਦਿਕ ਸੁਖ ਧਾਮ। ਤਾਂ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿੰਨੇ ਵੀ ਸਤਿਗੁਰੂ ਹੋਏ ਨੇ, ਸੁੱਖਾਂ ਦੇ ਦਾਤੇ, ਸੁੱਖਾਂ ਦੇ ਘਰ, ਤੇਗ ਬਹਾਦਰ ਲਗ ਲਿਹੁ ਨਾਮ। ਤੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਨਾਮ ਲਓ ਸਾਰਿਆਂ ਦੇ। ਕਿਉਂਕਿ ਧੀਰਮਲ ਅਰਦਾਸ ਕਰਦਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤੱਕ। ਧੀਰਮਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਨਦਾ ਨਹੀਂ, ਗੁਰੂ ਨਹੀਂ ਮੰਨਦਾ, ਗੁਰੂ ਆਪਣੇ ਆਪ ਨੂੰ ਕਹਿੰਦਾ, ਪਰ ਇਹ ਗੱਲ ਜ਼ਰੂਰ ਮੰਨਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਛਲ ਕਪਟ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੋ ਬੋਲਦੇ ਨੇ ਉਹ ਸੱਚ ਹੈ, ਪਰ ਗੁਰੂ ਨਹੀਂ ਮੰਨਦਾ, ਗੁਰੂ ਆਪਣੇ ਆਪ ਨੂੰ ਕਹਾਉਂਦਾ। ਤਾਂ ਇਹਨੇ ਰਾਹਗੀਰ ਨੇ ਆਖਿਆ ਵੀ ਜੇ ਤਾਂ ਗੁਰਬਾਣੀ ਦਾ ਸਰੂਪ ਚਾਹੀਦਾ, ਮਨ ਚੋਂ ਈਰਖਾ ਖੋਟ ਕੱਢ ਕੇ, ਹੰਕਾਰ ਕੱਢ ਕੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਸਾਰੇ ਗੁਰੂਆਂ ਦਾ ਨਾਮ ਲਓ। ਸਭ ਕੀ ਕਰਹੁ ਯਾਦ ਨ ਆਵੈ। ਤਾਂ ਸਾਰਿਆਂ ਨੂੰ ਆਰਾਧੋ। ਇਹ ਨਹੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਛੱਡ ਦਿਓ, ਸਾਰਿਆਂ ਨੂੰ ਹੀ ਆਰਾਧਨਾ ਕਰੋ, ਮਨ ਦੇ ਵਿੱਚ ਧਿਆਨ ਧਾਰੋ। ਮਹਿਮਾਨ ਮਨਉ ਕਰ ਤਦੈ। ਤਾਂ ਫਿਰ ਮਨ ਦੇ ਵਿੱਚ ਮਨੌਤ ਮੰਨੋ ਭਾਵ ਸਾਰੇ ਗੁਰੂਆਂ ਨੂੰ ਯਾਦ ਕਰਕੇ ਸੁਖਣਾ ਸੁਖੋ ਕੋਈ। ਆਦਿ ਕਰਹੁ ਇਸੀ ਵਿਦਿ ਕਾਜ। ਤਾਂ ਇਹ ਤਰੀਕਾ ਜਿਹੜਾ ਹੈ ਨਾ, ਇਹ ਤੁਸੀਂ ਕਰ ਲਓ। ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਆ, ਇਹ ਮੰਨ ਕੇ ਇਸੇ ਤਰੀਕੇ ਦੇ ਨਾਲ ਸਾਰਾ ਕੁਝ ਕਰੋ। ਗੁਰ ਨਿਵਖਾਹਿ ਨਾਮ ਕੀ ਲਾਜ। ਕਿਉਂਕਿ ਗੁਰੂ ਨੂੰ ਆਪਣੇ ਨਾਮ ਦੀ ਲਾਜ ਹੈ। ਜੇ ਗੁਰੂ ਦਾ ਨਾਮ ਜਪੋਗੇ ਨਾ, ਗੁਰੂ ਦਾ ਧਿਆਨ ਧਾਰੋਗੇ, ਗੁਰੂ ਆਪਣੇ ਨਾਮ ਦੀ ਲਾਜ ਰੱਖਦਾ। ਆਪਾਂ ਅਰਦਾਸ ਕਰਦੇ ਹਾਂ, ਕੋਈ ਸਾਡੇ ਏਡੇ ਕਰਮ ਥੋੜਾ ਵੀ ਸਾਡੀ ਰੱਬ ਸੁਣਦਾ। ਕੋਈ ਗੁਰੂ ਸਾਡਾ ਦੇਣਦਾਰ ਥੋੜਾ ਵੀ ਸਾਡੀ ਗੱਲ ਸੁਣਦਾ, ਸਾਡੀ ਅਰਦਾਸ ਸੁਣਦਾ। ਤੇ ਨਾ ਹੀ ਸਾਡੇ ਲੱਡੂਆਂ ਦੇ ਡੱਬੇ ਕਰਕੇ ਸੁਣਦਾ। ਜੇ ਸਾਡੇ ਵਾਲੀ ਤੱਕੜੀ 'ਚ ਪਾ ਕੇ ਵੇਖੇ ਨਾ, ਫਿਰ 10 ਰੁਪਏ ਚੜਾ ਕੇ ਤੇ 10 ਲੱਖ ਮੰਗਦੇ ਆ ਆਪਾਂ। ਨਾ ਗੁਰੂ ਸਾਡੇ 10 ਰੁਪਈਆਂ ਦਾ ਭੁੱਖਾ ਹੈ। ਅਸਲ ਦੇ ਵਿੱਚ ਸੁਖਣਾ ਕਿਉਂ ਸਾਡੀ ਉਹ ਸੁਣਦਾ, ਅਰਦਾਸ ਸਾਡੀ ਕਿਉਂ ਸੁਣਦਾ, ਅਸੀਂ ਨਾਂ ਲੈ ਕੇ ਕਰਦੇ ਹਾਂ। 10 ਗੁਰੂਆਂ ਦਾ ਨਾਮ, ਗੁਰੂ ਗ੍ਰੰਥ ਸਾਹਿਬ ਦਾ ਨਾਮ, ਸ਼ਹੀਦਾਂ ਸਿੰਘਾਂ ਦਾ ਨਾਮ, ਮਹਾਂਪੁਰਖਾਂ ਦਾ ਨਾਮ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਤੇ ਉਹਨੂੰ ਆਪਣੇ ਨਾਮ ਦੀ ਤੇ ਆਪਣੇ ਪਿਆਰਿਆਂ ਦੇ ਨਾਮ ਦੀ ਲਾਜ ਹੈ। ਤੇ ਨਾਮ ਦੀ ਲਾਜ ਰੱਖਣ ਕਰਕੇ ਫਿਰ ਉਹ ਬੇਨਤੀ ਸੁਣਦਾ, ਉਹਨੂੰ ਪ੍ਰਵਾਨ ਕਰਦਾ। ਤਾਂ ਇਹ ਮੁਸਾਫਰ, ਇਹ ਰਾਹਗੀਰ ਧੀਰਮਲ ਨੂੰ ਕਹਿੰਦਾ, ਜੇ ਗੁਰੂਆਂ ਨੂੰ ਯਾਦ ਕਰੋਗੇ ਨਾ, ਮਨ ਸਾਫ਼ ਕਰਕੇ, ਹਿਰਦਾ ਸਾਫ਼ ਕਰਕੇ, ਤੇ ਗੁਰੂ ਆਪਣੇ ਨਾਮ ਦੀ ਲਾਜ ਰੱਖੇਗਾ। ਤਾਂ ਫਿਰ ਗੁਰੂ ਸਾਹਿਬ ਆ ਕੇ ਸਹਾਇਤਾ ਕਰਨਗੇ। ਤਾਂ ਉਸ ਵੇਲੇ ਫਿਰ ਬਹੁਤਾ ਸਮਾਂ ਨਹੀਂ ਲੱਗੇਗਾ, ਬੜੀ ਛੇਤੀ ਤੁਹਾਨੂੰ ਇਹ ਦੁਰਲੱਭ ਗੁਰਬਾਣੀ ਦਾ ਗ੍ਰੰਥ, ਗੁਰਬਾਣੀ ਦਾ ਪਾਵਨ ਸਰੂਪ ਪ੍ਰਾਪਤ ਹੋ ਜਾਏਗਾ। ਤਾਂ ਧੀਰਮਲ ਨੇ ਜਦੋਂ ਇਹ ਗੱਲ ਸੁਣੀ ਨਾ, ਭਾਵੇਂ ਵਿਰੋਧੀ ਆ ਗੁਰੂ ਸਾਹਿਬ ਦਾ, ਜਿੱਦਾਂ ਦਾ ਮਰਜ਼ੀ ਹੈ, ਪਰ ਅੰਸ ਤਾਂ ਗੁਰੂ ਦੀ ਹੈ ਨਾ, ਹੈ ਤਾਂ ਗੁਰੂ ਘਰ ਦਾ ਹੀ। ਮਨ ਵਿੱਚ ਸ਼ਰਧਾ ਆ ਗਈ, ਉਹਨੇ ਗੱਲ ਮੰਨ ਲਈ ਹੈ। ਉਹਨੇ ਬੜੀ ਸਿਫਤ ਕੀਤੀ ਉਹ ਮੁਸਾਫਰ ਦੀ, ਕਹਿਣ ਲੱਗਾ ਕਿ ਗੁਰਮੁਖਾ, ਗੁਰਸਿੱਖਾ, ਇਹ ਤੂੰ ਬੜੀ ਸੋਹਣੀ ਗੱਲ ਦੱਸੀ ਹੈ। ਤਾਂ ਇਹੋ ਜਿਹਾ ਜਦੋਂ ਕੋਈ ਕਾਰਜ ਪੈ ਜੇ ਨਾ, ਐਡਾ ਵੱਡਾ ਕੋਈ ਕਾਰਜ ਜਦੋਂ ਅੜ ਜਾਵੇ, ਤਾਂ ਫਿਰ ਸਿੱਖ ਨੂੰ ਚਾਹੀਦਾ ਵੀ ਔਖੇ ਕੰਮ ਜੋ ਕਰਦਾ, ਔਖੇ ਯਤਨ ਜੋ ਕਰਦਾ, ਤੇ ਸਭ ਤੋਂ ਸੌਖਾ ਯਤਨ ਕੀ ਆ, ਵੀ ਗੁਰੂ ਨੂੰ ਯਾਦ ਕਰੇ, ਗੁਰੂਆਂ ਦਾ ਨਾਮ ਜਪੇ। ਤਾਂ ਕਹਿੰਦੇ ਸਭ ਤੋਂ ਯਤਨ ਤਾਂ ਸੌਖਾ ਇਹੀ ਹੈ
ਵੀ ਗੁਰੂ ਦਾ ਧਿਆਨ ਧਰੋ। ਪਰ ਕਹਿੰਦਾ ਸਿੱਖ ਕਿਉਂ ਨਾ ਧਰੇ? ਫਿਰ ਜੇ ਐਡਾ ਸੌਖਾ ਹੀ ਇਹ ਕੰਮ ਹੈ, ਫਿਰ ਸਿੱਖ ਧਿਆਨ ਕਿਉਂ ਨਹੀਂ ਧਰਦਾ? ਨਿਰਹੰਕਾਰ ਹੋਏ ਮਨ ਬਾਨੀ। ਤਾਂ ਮਨ ਕਰਕੇ, ਬਚਨਾ ਕਰਕੇ ਉਸ ਵੇਲੇ ਹੰਕਾਰ ਤੋਂ ਰਹਿਤ ਹੋਇਆ, ਮਨ ਦੇ ਵਿੱਚ ਨਿਮਰਤਾ ਲਿਆਂਦੀ, ਆਪਣੇ ਬਚਨਾਂ ਦੇ ਵਿੱਚ ਨਿਮਰਤਾ ਲਿਆਇਆ ਹੈ। ਤਾਂ ਉਸ ਵੇਲੇ ਹੱਥ ਪੈਰ ਜਲ ਦੇ ਨਾਲ ਇਹਨੇ ਸੁੱਚੇ ਕੀਤੇ, ਹੱਥ ਪੈਰ ਧੋ ਕਰਕੇ ਚੰਗੀ ਤਰ੍ਹਾਂ, ਤਾਂ ਆਪਣੇ ਮਨ ਨੂੰ ਸਰਲ ਕਰਕੇ, ਸਿੱਧਾ ਕਰਕੇ, ਬੜੇ ਵੱਲ ਨੇ ਮਨ ਦੇ ਵਿੱਚ। ਇਹ ਗੁਰੂ ਕੋਲ ਆ ਕੇ ਵੀ ਰੱਖ ਲਈਦੇ ਆਪਾਂ, ਬੜੇ ਮਨ ਦੇ ਵਿੱਚ ਵੱਲ ਰੱਖਦੇ ਆ ਜੀ। ਪਹਿਲਾਂ ਹੀ ਸੋਚ ਕੇ ਆਉਣੇ ਆ ਵੀ ਅੱਜ ਐਤਵਾਰ ਏ ਤੇ ਅੱਜ ਆ ਕੇ ਮੱਥਾ ਟੇਕ ਕੇ ਸੁਖਣਾ ਸੁੱਖ ਲੈਣੀ ਹੈ। ਆ 2-3 ਦਿਨ ਵੇਖਣਾ, ਨਹੀਂ ਤੇ ਕੋਈ ਨਵਾਂ ਬਾਬਾ ਪਹਿਲਾਂ ਹੀ ਸਾਡੇ ਮਨ 'ਚ ਹੁੰਦਾ। ਨਵੀਂ ਜਗ੍ਹਾ ਅਸੀਂ ਪਹਿਲਾਂ ਹੀ ਸੋਚੀ ਬੈਠੇ ਹੁੰਦੇ ਆ ਵੀ ਜੇ 2-3 ਦਿਨਾਂ 'ਚ ਮੇਰਾ ਕੰਮ ਨਾ ਹੋਇਆ, ਇਸ ਤੋਂ ਬਾਅਦ ਜਾਣਾ ਕਿੱਥੇ ਆ ਉਹ ਵੀ ਪਤਾ ਹੁੰਦਾ ਸਾਨੂੰ। ਤਾਂ ਇਹ ਕੀ ਆ, ਸਾਡੇ ਮਨ ਦੇ ਵਿੱਚ ਵਲ ਛਲ ਹੈ। ਅਸੀਂ ਗੁਰੂ ਕੋਲ ਵੀ ਸੌਦਾ ਕਰਨ ਆਉਣੇ ਆ। ਪਰ ਧੀਰਮਲ ਉਸ ਵੇਲੇ ਕਹਿੰਦੇ ਐਨ ਮਨ ਨੂੰ ਸਿੱਧਾ ਕਰ ਲਿਆ ਇਹਨੇ, ਮਨ ਨੂੰ ਸਾਫ਼ ਕਰਕੇ ਇੱਕ ਮਨ ਇੱਕ ਚਿੱਤ ਹੋਇਆ ਹੈ। ਖਲੋ ਕੇ ਫਿਰ ਇਹਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਸਤਿਗੁਰਾਂ ਦੇ ਨਾਮ ਦਾ ਸਿਮਰਨ ਕੀਤਾ ਹੈ। 5-5 ਵਾਰੀ ਸਾਰੇ ਗੁਰੂਆਂ ਦਾ ਇਹਨੇ ਨਾਮ ਜਪਿਆ। ਹੱਥ ਜੋੜ ਕੇ ਸਾਰਿਆਂ ਦਾ ਧਿਆਨ ਧਰ ਕੇ ਉੱਥੇ ਮੱਥਾ ਟੇਕਿਆ। ਫਿਰ ਅਰਦਾਸ ਕੀਤੀ ਵੀ ਮਹਾਰਾਜ ਇਹ ਤੁਹਾਡਾ ਹੀ ਕਾਰਜ ਹੈ, ਤੁਹਾਡੀ ਗੁਰਬਾਣੀ ਹੈ, ਤੇ ਤੁਸੀਂ ਹੀ ਹੁਕਮ ਕੀਤਾ ਵੀ ਧੀਰਮਲ ਆ ਕੇ ਲੈ ਜਾ। ਆਪਣਾ ਕਾਰਜ ਜਾਣ ਕੇ ਹੁਣ ਆਪ ਹੀ ਕਰੋ। ਤਾਂ ਜਲ ਦੇ ਵਿੱਚ ਜਿਹੜੀ ਤੁਹਾਡੇ ਹੱਥਾਂ ਦੀ ਨਿਸ਼ਾਨੀ ਹੈ ਨਾ, ਉਹਨੂੰ ਪ੍ਰਗਟ ਕਰ ਦਿਓ। ਹੁਣ ਜਿਹੜਾ ਸ਼ੁਕਰਾਨਾ ਕਰਾਂਗਾ ਮੈਂ ਜਦੋਂ ਮੈਨੂੰ ਇਹ ਪ੍ਰਾਪਤ ਹੋ ਜਾਏ ਗਹਿਣਾ ਸਰੂਪ, ਤਾਂ 5000 ਰੁਪਈਆਂ ਦਾ ਉਸ ਵੇਲੇ ਕਹਿੰਦਾ। ਤਾਂ ਉਦੋਂ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਦਰਸ਼ਨ ਕਰਾਂਗਾ, ਗੁਰਬਾਣੀ ਦੇ ਦਰਸ਼ਨ ਕਰਾਂਗਾ, ਸ਼ੁਕਰਾਨੇ ਵਜੋਂ 5000 ਦਾ ਮੈਂ ਕੜਾਹ ਪ੍ਰਸ਼ਾਦ ਕਰਵਾਵਾਂਗਾ। ਇਸ ਤਰ੍ਹਾਂ ਉਹਨੇ ਸਾਰਿਆਂ ਦੇ ਵਿੱਚ ਖਲੋ ਕੇ ਅਰਦਾਸ ਕੀਤੀ ਹੈ। ਇਹ ਬਿਆਸ ਦਰਿਆ ਦੇ ਕੰਢੇ ਤੇ ਖਲੋ ਕਰਕੇ 9ਵਾਂ ਪਾਤਸ਼ਾਹਾਂ ਨੂੰ, 9ਵਾਂ ਗੁਰੂ ਸਾਹਿਬਾਨਾਂ ਨੂੰ ਇਹਨੇ ਨਮਸਕਾਰ ਕਰਕੇ ਉਸ ਵੇਲੇ ਗੁਰਬਾਣੀ ਦੇ ਪਾਵਨ ਗ੍ਰੰਥ ਦਾ ਸਿਮਰਨ ਕੀਤਾ, ਧਿਆਨ ਕੀਤਾ। ਸਤਨਾਮ ਜੋ ਉਸ ਪਰਮੇਸ਼ਰ ਦੀ, ਜਿਹਦਾ ਨਾਮ ਸੱਚਾ ਹੈ, ਉਸ ਵਾਹਿਗੁਰੂ ਦੀ ਜਾਗਦੀ ਜੋਤ ਦਾ ਧਿਆਨ ਧਰਿਆ। ਉਹ ਜਿਹੜੀ ਜੋਤ ਹੈ ਨਾ, ਜਿਹੜਾ ਪਰਮੇਸ਼ਰ ਹੈ, ਕਹਿੰਦੇ ਜਿੱਥੇ ਵੀ ਕੋਈ ਯਾਦ ਕਰਦਾ ਉੱਥੇ ਹੀ ਹਾਜ਼ਰ ਹੁੰਦਾ ਹੈ, ਤੇ ਬੜੀ ਛੇਤੀ ਮਨੋਕਾਮਨਾ ਪੂਰੀ ਕਰ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ। ਤਾਂ ਉਸ ਵੇਲੇ ਬੇਨਤੀਆਂ ਕਰਦਾ, ਮਹਾਰਾਜ ਤੇਰੇ ਤੋਂ ਵੱਡਾ ਹੋਰ ਕੋਈ ਨਹੀਂ ਹੈ। ਤਾਂ ਇਸ ਤਰ੍ਹਾਂ ਵਾਰ-ਵਾਰ ਪਰਮੇਸ਼ਰ ਦੀ, ਗੁਰੂ ਸਾਹਿਬਾਨਾਂ ਦੀ ਉਸਤਤ ਕਰਦਾ ਹੋਇਆ ਧਰਤੀ ਦੇ ਉੱਤੇ ਸੀਸ ਰੱਖਦਾ, ਮੱਥਾ ਟੇਕਦਾ ਹੈ। ਤਾਂ ਬੜੇ ਪ੍ਰੇਮ ਦੇ ਨਾਲ ਉਸ ਵੇਲੇ ਇਹ ਹਾਰ ਕੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਗਿਆ ਹੈ ਵੀ ਮਹਾਰਾਜ ਤੁਸੀਂ ਬਚਨ ਕਰਕੇ, ਆਪ ਬਚਨ ਕਹਿ ਕੇ ਮੇਰੇ ਕੋਲ ਬੰਦਾ ਭੇਜਿਆ ਹੈ ਵੀ ਆਪ ਤਾਂ ਤੁਸੀਂ ਆਖਿਆ ਵੀ ਧੀਰਮਲ ਆ ਕੇ ਗ੍ਰੰਥ ਲੈ ਜਾ। ਤਾਂ ਇਸ ਵਾਸਤੇ ਹੁਣ ਕਿਰਪਾ ਕਰੋ, ਜਿਹੜਾ ਬਚਨ ਤੁਸੀਂ ਕੀਤਾ ਉਹ ਪੂਰਾ ਕਰੋ ਹੁਣ, ਜਿਹਦੇ ਕਰਕੇ ਗੁਰਬਾਣੀ ਦਾ ਸਰੂਪ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਜੇ। ਜਾਂ ਕਹਿ ਲਈਏ ਜਿਹਦੇ ਕਰਕੇ ਤੁਹਾਡੇ ਬਚਨ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਣ ਵੀ ਗੁਰੂ ਤੇਗ ਬਹਾਦਰ ਸਾਹਿਬ ਜੋ ਬਚਨ ਕਰਦੇ ਨੇ ਉਹ ਪੂਰਾ ਹੁੰਦਾ ਹੈ।
ਇਸ ਤਰ੍ਹਾਂ ਨਮਸਕਾਰ ਕਰਦਿਆਂ ਉਹਨੇ ਬਚਨ ਕੀਤੇ ਹਨ। ਕਰਤ ਭਏ ਸਿੱਖ ਸਾਰੇ ਤਾਂ ਸਾਰੇ ਜਿਹੜੇ ਸਿੱਖ ਸੀ ਨਾ ਧੀਰਮਲ ਦੇ ਨਾਲ, ਉਹ ਵੀ ਉਸ ਵੇਲੇ ਨਮਸਕਾਰਾਂ ਕਰ ਰਹੇ, ਮੱਥਾ ਟੇਕ ਰਹੇ ਧਰਤੀ ਤੇ। ਮਨ ਪ੍ਰਵਿਸ਼ਾਏ ਨਰ ਬਿਤ ਨੀਰ। ਤਾਂ ਇਸ ਤਰ੍ਹਾਂ ਫਿਰ ਅਰਦਾਸ ਕਰਕੇ, ਮਹਾਰਾਜ ਨੂੰ ਯਾਦ ਕਰਕੇ, ਇਹਨੇ ਜਿਹੜੇ ਉਹ ਟੋਭੇ ਸੀ, ਗੋਤਾਖੋਰ ਸੀ, ਉਹਨਾਂ ਨੂੰ ਫਿਰ ਦੁਬਾਰਾ ਜਲ ਦੇ ਵਿੱਚ ਭੇਜਿਆ ਹੈ। ਕਰੋ ਧੀਰਮਲ ਸਰਦਾ ਤੀਰ। ਤੇ ਆਪ ਧੀਰਮਲ ਬਿਆਸ ਦਰਿਆ ਦੇ ਕੰਢੇ ਤੇ ਖਲੋ ਗਿਆ। ਕੀ ਮਾਰੇ ਹਾਥ ਜਬ ਫੇਰ ਆ। ਤਾਂ ਜਦੋਂ ਫੇਰ ਟੋਭਿਆਂ ਨੇ ਜਾ ਕੇ ਟੁੱਬੀ ਲਾ ਕੇ ਥੱਲੇ ਧਰਤੀ ਦੇ ਤਲ ਦੇ ਉੱਤੇ ਜਾ ਕੇ ਜਲ ਦੇ ਵਿੱਚ ਜਦੋਂ ਹੱਥ ਫੇਰਿਆ ਰੇਤੇ ਤੇ, ਦਿਲ ਸਿੱਖਤਾ ਗਨ ਕੋ ਪ੍ਰੇਰਾ। ਤੇ ਰੇਤਾ ਚੁੱਕ ਚੁੱਕ ਕੇ ਇੱਧਰ ਉੱਧਰ ਨੂੰ ਸਿੱਟੀ ਜਦੋਂ, ਤਬਹ ਭੂਰੇ ਕੋ ਵਟ ਪਾਵਾ। ਤਾਂ ਉਸ ਵੇਲੇ ਜਿਹੜਾ ਮਹਾਰਾਜ ਦਾ ਪੰਘੂੜਾ ਸੀ, ਮਹਾਰਾਜ ਦਾ ਪੀੜਾ ਸੀ, ਉਹਦਾ ਜਿਹੜਾ ਵੱਡਾ ਪਾਵਾ ਹੈ, ਲੱਗੇ ਉਹ ਹੱਥ ਜਾਣੇ ਤਬ ਪਾਵਾ। ਤਾਂ ਉਹ ਹੱਥ ਨੂੰ ਲੱਗਾ ਤੇ ਇਹਨਾਂ ਨੇ ਸਮਝ ਲਿਆ, ਜਾਣ ਲਿਆ ਵੀ ਇਹ ਤਾਂ ਪੀੜਾ ਸਾਹਿਬ ਦਾ ਪਾਵਾ ਹੈ। ਸਿਓ ਜਲ ਤੇ ਵਹਿਰ ਬਤਾਇਓ। ਤਾਂ ਇਸ ਤਰ੍ਹਾਂ ਆ ਕੇ ਜਲ ਤੋਂ ਬਾਹਰ ਫਿਰ ਦੱਸੀ ਸਾਰੀ ਗੱਲ। ਦਾਤ ਜੋ ਗ੍ਰੰਥ ਜੀ ਪਾਇਓ। ਕਹਿਣ ਲੱਗੇ ਵੀ ਚਿੰਤਾ ਨਾ ਕਰੋ, ਆਪਾਂ ਨੂੰ ਗੁਰਬਾਣੀ ਦਾ ਸਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਾਂ ਨੂੰ ਪ੍ਰਾਪਤ ਹੋ ਗਿਆ, ਮਿਲ ਗਿਆ ਹੈ। ਪਰ ਸਿੱਖਤਾ ਕੇ ਸਿੱਖ ਪਰਿਓ। ਪਰ ਉਹਨਾਂ ਦੇ ਉੱਪਰ, ਮਹਾਰਾਜ ਦੇ ਸਰੂਪ ਦੇ ਉੱਪਰ ਕਿੰਨੀ ਜ਼ਿਆਦਾ ਰੇਤਾ ਪਈ ਹੋਈ ਹੈ। ਯਸਨੋ ਸ਼ਕਲ ਇਸ਼ਾਦਨ ਕਰਿਓ। ਤਾਂ ਜਿਹਨੇ ਸਾਰਾ ਸਰੂਪ ਢੱਕਿਆ ਹੋਇਆ ਰੇਤਾ ਨੇ, ਸਾਰਾ ਸਰੂਪ ਰੇਤੇ ਦੇ ਥੱਲੇ ਢੱਕਿਆ ਗਿਆ ਹੈ। ਮਨ ਹਰਖੇ ਦੀਰਘ ਦਿਸ ਕਾਲ। ਤਾਂ ਉਸ ਵੇਲੇ ਧੀਰਮਲ ਤੇ ਉਹਦੇ ਸਾਥੀ, ਉਹਦੇ ਸਿੱਖ ਬੜੇ ਪ੍ਰਸੰਨ ਹੋਏ ਹਨ। ਸਹਿਜੋਂ ਪਹੁੰਚੇ ਮਾਨਵ ਜਾਲ। ਤਾਂ ਉਸ ਵੇਲੇ ਬਹੁਤ ਜ਼ਿਆਦਾ ਜਿਹੜੇ ਲੋਕ ਸੀ ਆਸੇ-ਪਾਸੇ ਦੇ, ਉਹ ਵੀ ਪਹੁੰਚੇ ਹੋਏ ਹਨ। ਕੀ ਮਾਰਤ ਸਿੱਖਤਾ ਤਾਰੈ। ਟੋਬੇ ਜਿਹੜੇ ਨੇ ਟੁੱਬੀਆਂ ਮਾਰ-ਮਾਰ ਕੇ ਰੇਤਾ ਪਾਸੇ ਕਰਦੇ ਹਨ। ਕਹਿ ਭੰਗੂਰਾ ਉਰਦੇ ਉਠਾਰੈ। ਤਾਂ ਹੱਥ ਨਾਲ ਫੜ ਕੇ ਨਾ ਪੀੜੇ ਨੂੰ ਤੇ ਉੱਪਰ ਵੱਲ ਨੂੰ ਚੁੱਕਦੇ ਹਨ। ਮਾਨਵ ਚਾਰ ਲਗੇ ਜਨ ਹੋਰੇ। ਚਾਰ ਬੰਦੇ ਚਾਰੇ ਪਾਸੇ ਚੌਵਾਂ ਪਾਵਿਆਂ ਤੇ ਲੱਗੇ ਹੋਏ ਹਨ। ਕਰਮ ਹਕੀਨ ਸਬਦ ਜੋਰੇ। ਤਾਂ ਉਹਨਾਂ ਨੇ ਮਹਾਰਾਜ ਦੇ ਪੀੜੇ ਨੂੰ ਹੱਥਾਂ ਵਿੱਚ ਫੜ ਕੇ ਬੜਾ ਜ਼ੋਰ ਲਾਇਆ, ਯਤਨ ਕੀਤਾ। ਪਰ ਕੋ ਨਿਕਾਸ ਲੈ ਆਏ। ਤਾਂ ਬੜੇ ਯਤਨ ਦੇ ਨਾਲ ਮਹਾਰਾਜ ਦੇ ਸਰੂਪ ਦੇ ਸਮੇਤ ਉਹ ਪੀੜਾ ਸਭ ਕੱਢ ਕੇ ਲੈ ਆਏ। ਭਏ ਮੁਝਤ ਸਮੁਦਾਏ। ਤਾਂ ਜਦੋਂ ਸਾਰਿਆਂ ਨੇ ਵੇਖਿਆ ਵੀ ਗ੍ਰੰਥ ਸਾਹਿਬ ਦੀ ਭੀੜ ਮਿਲ ਗਈ ਹੈ, ਤਾਂ ਉਸ ਵੇਲੇ ਸਾਰੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਹਨ। ਆਨ ਤੀਰ ਪਰ ਜਬ ਹਟਿਕਾਵਾ। ਤਾਂ ਜਦੋਂ ਆ ਕੇ ਕਿਨਾਰੇ ਦੇ ਉੱਤੇ ਰੱਖਿਆ ਹੈ ਮਹਾਰਾਜ ਦੇ ਪੀੜਾ ਸਾਹਿਬ ਨੂੰ, ਸਰੂਪ ਨੂੰ, ਸਭਨ ਪਹੁੰਚਦਾ ਸੀਸ ਨਿਵਾਵਾ। ਤਾਂ ਸਾਰਿਆਂ ਸਿੱਖਾਂ ਨੇ, ਜਿੰਨੇ ਲੋਕ ਆਏ ਸੀ, ਸਾਰਿਆਂ ਨੇ ਆ ਕੇ ਗੁਰਬਾਣੀ ਜਾਣ ਕੇ, ਕਿਉਂਕਿ ਉਦੋਂ ਗੁਰਤਾ ਗੱਦੀ ਨਹੀਂ ਨਾ ਮਹਾਰਾਜ ਕੋਲ, ਤਾਂ ਕਰਕੇ ਫਿਰ ਉਦੋਂ ਕਹਿੰਦੇ ਸੀ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਤਾਂ ਮਹਾਰਾਜ ਸਾਡੇ ਸਤਿਗੁਰੂ ਜੀ ਹੁਣ ਗੁਰਤਾ ਗੱਦੀ ਤੇ ਨੇ, ਤਾਂ ਉਹ ਗ੍ਰੰਥ ਸਾਹਿਬ ਕਹਿ ਕੇ ਸੰਬੋਧਨ ਕਰਦੇ ਸੀ। ਪਰ ਗੁਰਬਾਣੀ ਦਾ ਅਦਬ ਸੀ, ਮੱਥਾ ਟੇਕਦੇ ਸੀ। ਸਾਰਿਆਂ ਨੇ ਆ ਕੇ ਮੱਥਾ ਟੇਕਿਆ। ਨਿਚਰਤ ਨੀਰ ਧੀਰ ਮਲ ਨੇਰਤੇ। ਤਾਂ ਇਸ ਤਰ੍ਹਾਂ ਜਲ ਨੁੱਚੜ ਰਿਹਾ ਪੁਸ਼ਾਕਿਆਂ ਦੇ ਵਿੱਚੋਂ ਕੁਝ, ਉਹ ਸਾਰੇ ਮਨੁੱਖਾਂ ਨੇ, ਧੀਰਜਵਾਨ ਲੋਕਾਂ ਨੇ ਵੇਖਿਆ ਹੈ। ਆਥ ਨਿਸ਼ਕਤਾ ਪ੍ਰੇਰਤ ਗੇਰਤੇ। ਹੱਥਾਂ ਦੇ ਨਾਲ ਜਿਹੜੀ ਉੱਪਰ ਰੇਤਾ ਚੜੀ ਹੋਈ ਹੈ, ਉਹਨੂੰ ਲਾ ਲਾ ਕੇ ਪਾਸੇ ਸਿੱਟ ਰਹੇ ਹਨ। ਪਰ ਦਿਸ ਕੋ ਪੰਚ ਰੁਮਾਲ। ਤਾਂ ਮਹਾਰਾਜ ਦੇ ਸਰੂਪ ਦੇ ਉੱਤੇ 5 ਰੁਮਾਲਾ ਸਾਹਿਬ ਪਾਏ ਹੋਏ ਹਨ। ਦੋਏ ਰੇਸ਼ਮੀ ਸੁੰਦਰ ਲਾਲ। ਫਿਰ 2 ਜਿਹੜੇ ਨੇ ਰੇਸ਼ਮੀ ਕੱਪੜੇ ਦੇ ਬੜੇ ਕੀਮਤੀ, ਬੜੇ ਸੋਹਣੇ ਰੁਮਾਲੇ ਹਨ। ਤੀਨ ਰੁਮਾਲ ਮੂਲ ਕੇ ਹੁੰਦੇ। ਤਾਂ 3 ਜਿਹੜੇ ਰੁਮਾਲਾ ਸਾਹਿਬ ਨੇ ਨਾ, ਉਹ ਰੂੰ ਦੇ ਬਣੇ ਹੋਏ ਹਨ। ਵਲਨ ਕਰੇ ਆਪ ਕਰ ਦਿੱਤੇ। ਤਾਂ ਆਪ ਉਸ ਵੇਲੇ ਆਪਣੇ ਹੱਥੀਂ ਇਹਨੇ ਧੀਰਮਲ ਨੇ ਸਾਰੇ ਖੋਲੇ ਹਨ। ਸਿਵ ਗ੍ਰੰਥ ਬਲੋਕਿਓ ਤਬੈ। ਤਾਂ ਉਸ ਵੇਲੇ ਰੁਮਾਲਾ ਸਾਹਿਬ ਸਾਰੇ ਉਤਾਰ ਕੇ ਧੀਰਮਲ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਦਰਸ਼ਨ ਕੀਤੇ ਹਨ, ਪਰ ਜਲ ਸੋ ਭੀਜਿਓ ਤਬੈ। ਤਾਂ ਉੱਪਰੋਂ ਜਿਹੜੇ ਪਹਿਲੇ ਅੰਗ ਹੁੰਦੇ ਨੇ ਨਾ ਹਾਸ਼ੀਏ ਵਾਲੇ,
ਜਿਨ੍ਹਾਂ ਦੇ ਉੱਤੇ ਅੱਖਰ ਨਹੀਂ ਹੁੰਦੇ, ਉਹ ਸਾਬਤ ਜਿਹੜੇ ਹੁੰਦੇ ਨੇ ਅੰਗ, ਉਹ ਭਿੱਜੇ ਹੋਏ ਸਨ। ਸ਼ੁਸ਼ਕ ਵਸਤਰ ਤਰੇ ਵਿਛਾਏ ਤਾਂ ਉਸ ਵੇਲੇ ਬੜੇ ਸਤਿਕਾਰ ਦੇ ਨਾਲ ਸੁੱਕੇ ਵਸਤਰ ਵਿਛਾਏ ਹਨ। ਆਤਮਨੀ ਕੀ ਰੀਤ ਲਗਾਏ ਤਾਂ ਬੜੇ ਵਧੀਆ ਢੰਗ ਦੇ ਨਾਲ, ਬਹੁਤ ਤਰੀਕੇ ਦੇ ਨਾਲ ਫਿਰ ਸਾਰੇ ਵਸਤਰ ਲਗਾਏ ਹਨ ਦੁਬਾਰਾ। ਬੋਲ ਬਿਨੁਖਿਓ ਸਭ ਬਿਸਮਾਏ ਤਾਂ ਜਦੋਂ ਸੁੱਕੇ ਵਸਤਰਾਂ ਦੇ ਉੱਤੇ ਪ੍ਰਕਾਸ਼ ਕੀਤਾ ਮਹਾਰਾਜ ਦਾ, ਖੋਲ ਕੇ ਦਰਸ਼ਨ ਕੀਤੇ ਤੇ ਸਾਰੇ ਹੈਰਾਨ ਰਹਿ ਗਏ ਪਰ ਤੇ ਭੀਗੋ ਸਭ ਥਾਏ ਵੀ ਉੱਪਰੋਂ ਜਿਹੜੇ ਹਾਸ਼ੀਏ ਵਾਲੇ ਅੰਗ ਨੇ ਉਹ ਤਾਂ ਸਾਰੇ ਭਿੱਜ ਗਏ ਹਨ, ਲਗੇ ਕਰ ਹੈ ਵਿੱਚ ਲਿਖੇ ਪਰ ਜਿਹੜੇ ਵਿੱਚ ਅੱਖਰ ਲਿਖੇ ਹੋਏ ਨਾ ਮਹਾਰਾਜ ਦੇ, ਜੋ ਗੁਰਬਾਣੀ ਲਿਖੀ ਹੋਈ ਹੈ, ਜੋ ਨੀਰ ਨਾ ਤਿਮ ਕੇ ਵਿਖੇ ਉਹਨਾਂ ਦੇ ਵਿੱਚ ਜਲ ਹੀ ਨਹੀਂ ਪਹੁੰਚਿਆ। ਕਿੰਨਾ ਸਮਾਂ ਮਹਾਰਾਜ ਦਾ ਸਰੂਪ ਜਲ ਦੇ ਵਿੱਚ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਡੀ ਕਰਾਮਾਤ ਦੇ ਮਾਲਕ, ਉਹਨਾਂ ਦੇ ਬਚਨ ਸੀ, ਉਹਨਾਂ ਨੇ ਰੱਖਿਆ ਸੀ, ਤੇ ਜਲ ਵੀ ਉਹਨਾਂ ਦੇ ਹੁਕਮ ਦੇ ਵਿੱਚ ਚੱਲਦਾ। ਇਸ ਵਾਸਤੇ ਜਲ ਮਹਾਰਾਜ ਦੇ ਸਰੂਪ ਦੇ ਵਿੱਚ ਨਹੀਂ ਪਹੁੰਚਿਆ। ਸਗਲ ਸ਼ੁਸ਼ਕ ਜਿਉ ਗੋ ਤਿਉ ਆਹੇ ਤਾਂ ਸਾਰੇ ਅੰਗ ਜਿਹੜੇ ਸੀ ਉਹ ਸੁੱਕੇ ਹੋਏ ਸੀ ਪਹਿਲਾਂ ਦੀ ਤਰ੍ਹਾਂ। ਦੇਖ ਹਿਰਦੇ ਚੰਬਾ ਲਗੇ ਤਾਂ ਜਿਹੜਾ ਵੀ ਵੇਖਦਾ ਮਨ ਦੇ ਵਿੱਚ ਬੜਾ ਹੈਰਾਨ ਹੁੰਦਾ ਹੈ। ਜਬ ਕੇ ਧਰੇ ਦੇ ਸਤਰ ਗਏ ਨੇ ਤਾਂ ਜਦੋਂ ਦਾ ਮਹਾਰਾਜ ਦਾ ਸਰੂਪ ਬਿਆਸ ਦਰਿਆ ਦੇ ਵਿੱਚ ਰੱਖਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਉਸ ਦਿਨ ਤੋਂ ਲੈ ਕੇ ਕੱਢਣ ਵਾਲੇ ਦਿਨ ਤੱਕ ਸਾਰੇ ਜਦੋਂ ਦਿਨਾਂ ਦੀ ਗਿਣਤੀ ਕੀਤੀ, ਬੀਤੇ ਤਿਸ ਨਰ ਭਨੇ ਤਾਂ ਉਹ ਜਿਹੜਾ ਬੰਦਾ ਦੱਸਣ ਆਇਆ ਸੀ ਸੁਨੇਹਾ ਲੈ ਕੇ, ਉਹਨੇ ਦੱਸਿਆ ਸਾਰਿਆਂ ਨੂੰ ਵੀ ਅੱਜ 13 ਦਿਨ ਹੋ ਗਏ ਹਨ ਮਹਾਰਾਜ ਦਾ ਸਰੂਪ ਰੱਖੇ ਨੂੰ। ਸਾਤੇ ਗੁਰ ਦੇਖ ਆਏ ਆਜ ਬਚਾਇਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਨੂੰ, ਆਪਣੇ ਗ੍ਰੰਥ ਨੂੰ ਆਪ ਹੱਥ ਦੇ ਕੇ ਰੱਖਿਆ ਹੈ। ਨੀਰ ਵਰਨ ਪਰ ਛੂਹੇ ਨਾ ਪਾਇਓ ਵੀ ਜਲ ਜਿਹੜਾ ਸੀ ਨਾ, ਉਹ ਅੱਖਰਾਂ ਨੂੰ ਛੂਹ ਵੀ ਨਹੀਂ ਸਕਿਆ ਗੁਰਬਾਣੀ ਦਿਆਂ ਨੂੰ। ਉਹ ਜਿੱਥੇ ਗੁਰਬਾਣੀ ਨਹੀਂ ਲਿਖੀ ਹਾਸ਼ੀਏ ਵਾਲੇ ਅੰਗਾਂ ਤੇ ਤਾਂ ਪਹੁੰਚਿਆ, ਪਰ ਜਿੱਥੇ ਗੁਰਬਾਣੀ ਲਿਖੀ ਆ ਉੱਥੇ ਪਹੁੰਚ ਨਹੀਂ ਸਕਿਆ। ਬਾਣੀ ਵਿਸਾਖ ਕਰਤ ਲੈ ਚਾਲੇ ਬਹੁਤ ਜ਼ਿਆਦਾ ਉਸ ਵੇਲੇ ਮਨ ਵਿੱਚ ਚਾਅ ਕਰਕੇ, ਖੁਸ਼ੀ ਕਰਕੇ ਲੈ ਕੇ ਤੁਰ ਪਏ ਹਨ। ਬਾਦ ਕੋ ਬਜਵਾਏ ਸਾਲੇ ਤਾਂ ਨਾਲ ਵਾਜੇ ਵੱਜਦੇ ਜਾਂਦੇ, ਢੋਲ ਆਦਿਕ ਸਾਜ਼ ਵੱਜਦੇ ਜਾਂਦੇ ਖੁਸ਼ੀ ਦੇ। ਚੌਰ ਢੋਇਤ ਚਾਰ ਹੰਦਿਸ਼ ਸੋਏ ਚਾਰੇ ਪਾਸੇ ਜਿਹੜੇ ਸਿੱਖ ਨੇ ਉਹ ਚੌਰ ਸਾਹਿਬ ਕਰ ਰਹੇ ਹਨ, ਜਾਏ ਸ਼ਬਦ ਬਲ ਕੋਏ ਤੇ ਨਾਲ ਸੰਖ ਵੱਜ ਰਹੇ ਨੇ, ਗੁਰਬਾਣੀ ਦੇ ਸ਼ਬਦ ਗਾਏ ਜਾ ਰਹੇ ਹਨ। ਜਿਲ ਪੁਸ਼ਪਨ ਕੀ ਬਰਖਾਵੈ ਤਾਂ ਉਸ ਵੇਲੇ ਮਹਾਰਾਜ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ, ਅਤਰ ਛਿੜਕੇ ਗਏ, ਤੇ ਗਨ ਵਾਲਾ ਲਰਕਾਵੈ ਤੇ ਫੁੱਲਾਂ ਦੀਆਂ ਮਾਲਾ ਗੁੰਦ ਗੁੰਦ ਕੇ ਨਾਲ ਮਹਾਰਾਜ ਦੇ ਪੀੜੇ ਦੇ ਲਟਕਾਈਆਂ ਹਨ। ਧੂਪ ਦੁਖਾਵਤੇ ਚਲਤੇ ਅਗਾਰੀ ਤੇ ਇੱਕ ਸਿੱਖ ਜਿਹੜਾ ਹੈ ਧੂਪ ਦਿਖਾ ਕੇ ਅੱਗੇ ਅੱਗੇ ਚੱਲ ਰਿਹਾ ਹੈ। ਭਇਓ ਅਨੰਦ ਸਦੀ ਨੇ ਮਨ ਭਾਰੀ ਬਹੁਤ ਜ਼ਿਆਦਾ ਗੁਰਸਿੱਖਾਂ ਦੇ ਮਨ ਵਿੱਚ ਉਸ ਵੇਲੇ ਆਨੰਦ ਹੋਇਆ। ਸ੍ਰੀ ਕਰਤਾਰ ਪੁਰੇ ਨਰ ਸਾਰੇ ਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਇਹ ਸਾਰੇ ਮਨੁੱਖ ਪਹੁੰਚੇ। ਵਿਦਿਆ ਨਿਰਵੈ ਵਿਨੇ ਗਾਏ ਤਾਂ ਉਸ ਵੇਲੇ ਜਿਹੜੇ ਕਰਤਾਰਪੁਰ ਸਾਹਿਬ ਦੇ ਰਹਿਣ ਵਾਲੇ ਸਿੱਖ ਸੀ, ਉਹ ਵੀ ਸਤਿਕਾਰ ਵਜੋਂ ਅੱਗੇ ਇਕੱਠੇ ਹੋਏ ਹਨ। ਰਹਿ ਪ੍ਰਵਿਸ਼ਤ ਭਇਓ ਵਿਸ਼ਾਹੂ ਤਾਂ ਜਦੋਂ ਨਗਰ ਦੇ ਵਿੱਚ ਪ੍ਰਵੇਸ਼ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦਾ, ਉਸ ਵੇਲੇ ਬੜਾ ਉਤਸ਼ਾਹ, ਬੜਾ ਚਾਅ ਹੋਇਆ ਹੈ। ਨਮః ਕਰੇ ਚਰਜ ਮਨ ਮਾਹੂ ਤਾਂ ਬੜਾ ਮਨ ਦੇ ਵਿੱਚ ਆਨੰਦ ਮੰਨ ਕੇ ਤੇ ਕਈ ਹੈਰਾਨ ਹੋ ਕੇ ਵੀ ਨਮਸਕਾਰਾਂ ਕਰਦੇ ਨੇ। ਬਹੁਤ ਜ਼ਿਆਦਾ ਕਈਆਂ ਦੇ ਮਨ ਵਿੱਚ ਹੈਰਾਨਗੀ ਹੁੰਦੀ ਹੈ, ਕਈਆਂ ਦਾ ਪ੍ਰੇਮ ਵੱਧਦਾ ਵੀ ਇੰਨੇ ਦਿਨ ਜਲ ਦੇ ਵਿੱਚ ਰਹੀ ਗੁਰਬਾਣੀ, ਪਰ ਇੱਕ ਅੱਖਰ ਦਾ ਵੀ ਕੋਈ ਜਲ ਕੁਝ ਵਿਗਾੜ ਨਹੀਂ ਸਕਿਆ। ਤਾਂ ਇਸ ਤਰ੍ਹਾਂ ਕਈਆਂ ਦੇ ਮਨ ਵਿੱਚ ਆਨੰਦ ਹੈ। ਸੋਨੇ ਸੋਨੇ ਨਰ ਸਾਦੇ ਗ੍ਰੰਥ ਮਹਾ ਕਹਾਨੀ ਤਾਂ ਜਿੰਨੇ ਵੀ ਲੋਕ ਲਾਗੇ ਗ੍ਰੰਥ ਸਾਹਿਬ ਦੀ ਪਾਵਨ ਸਰੂਪ ਦੇ ਜਲ ਵਿੱਚ ਰੱਖਣ ਦੀ, ਕੱਢ ਕੇ ਲਿਆਉਣ ਦੀ ਕਹਾਣੀ ਸੁਣਦੇ ਹਨ ਤੇਰ ਤ੍ਰੌਦਸ ਮਨ ਛੂਹ ਨ ਪਾਨੀ ਵੀ 13 ਦਿਨ ਮਹਾਰਾਜ ਦਾ ਸਰੂਪ ਜਲ ਦੇ ਵਿੱਚ ਰਿਹਾ ਤੇ ਪਾਣੀ ਦੀ ਬੂੰਦ ਨੇ ਛੂਹਿਆ ਵੀ ਨਹੀਂ। ਜਦੋਂ ਇਹ ਗੱਲ ਸੁਣਦੇ ਨੇ ਤਮ ਸਦਨ ਵਿਖੇ ਬਹਿ ਗਏ ਤਾਂ ਬਹੁਤ ਜ਼ਿਆਦਾ ਹੈਰਾਨ ਹੁੰਦੇ ਨੇ ਤੇ ਬੜੀ ਮਨ ਦੇ ਵਿੱਚ ਸ਼ਰਧਾ ਵੱਜਦੀ ਹੈ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਲਿਆ ਕੇ ਗੁਰਬਾਣੀ ਦਾ ਪਾਵਨ ਸਰੂਪ ਬੜੇ ਸੋਹਣੇ ਸੁੰਦਰ ਮਕਾਨ ਦੇ ਵਿੱਚ ਲੈ ਕੇ ਗਏ ਹਨ। ਆਨੰਦ ਨਰ ਨਾਰੀ ਭਏ ਜਿੰਨੇ ਵੀ ਮਨੁੱਖ ਇਸਤਰੀਆਂ ਨੇ ਨਗਰ ਦੇ ਬੜੇ ਆਨੰਦ ਵਿੱਚ, ਖੁਸ਼ੀ ਵਿੱਚ ਆ ਗਏ। ਦੀਪ
ਮਾਲਿਕਾ ਨਿਸਾ ਬਜਾਰੀ ਤਾਂ ਰਾਤ ਦੇ ਸਮੇਂ ਦੀਪਮਾਲਾ ਕੀਤੀ ਗਈ ਖੁਸ਼ੀ ਵਜੋਂ। ਗਰੀਬ ਜਾਰਨ ਘਰ ਘਰ ਬਾਰੀ ਬਾਜ਼ਾਰਾਂ ਦੇ ਵਿੱਚ, ਘਰਾਂ ਦੇ ਵਿੱਚ ਦੀਵੇ ਬਾਲ ਕੇ ਦੀਪਮਾਲਾ ਹੋਈ। ਸੁਖ ਸੋ ਸੁਖ ਤੇ ਪ੍ਰਾਤ ਚੁਪਨ ਕੀਨ ਸੁਖ ਦੇ ਨਾਲ ਸੁੱਤਾ ਧੀਰਮਲ ਜਦੋਂ ਜਾਣਿਆ ਅੰਮ੍ਰਿਤ ਵੇਲਾ ਹੋਇਆ। ਸ਼ੌਚ ਇਸ਼ਨਾਨ ਸਰਬ ਕੇ ਕੀਨ ਸਰੀਰ ਦੀ ਕਿਰਿਆ ਸੋਧੀ ਇਸ਼ਨਾਨ ਕਰਕੇ। ਬਖਸ਼ਿਸ਼ ਧੀਰ ਮਲ ਬਵ ਕਰੀ ਤਾਂ ਬੜੀ ਬਖਸ਼ਿਸ਼ ਕੀਤੀ, ਭਾਵ ਬਹੁਤ ਜ਼ਿਆਦਾ ਪੁੰਨ ਦਾਨ ਕੀਤਾ ਗਰੀਬਾਂ ਨੂੰ। ਬਸਤਰ ਵਿੱਚ ਧਨ ਦਸ ਕਰੀ ਤਾਂ ਉਸ ਵੇਲੇ ਬਹੁਤ ਜ਼ਿਆਦਾ ਕੱਪੜੇ, ਗਹਿਣੇ, ਮਾਇਆ ਆਦਿਕ ਇਹਨੇ ਦਾਨ ਕੀਤੀ ਹੈ। ਕਰ ਪੰਚਾ ਮਿਤ ਵਹ ਬਰਤਾਇਓ ਕੜਾ ਪ੍ਰਸ਼ਾਦ ਦੀ ਦੇਗ ਕਰਾ ਕੇ ਬਹੁਤ ਜ਼ਿਆਦਾ ਵਰਤਾਈ। ਪਿਤਰ ਹੋਏ ਸਭੀ ਨੂੰ ਨ ਰਖਾਇਓ ਰੱਜ ਕੇ ਸਾਰੇ ਸਿੱਖਾਂ ਨੇ, ਨਗਰ ਦੇ ਲੋਕਾਂ ਨੇ ਕੜਾ ਪ੍ਰਸ਼ਾਦ ਛਕਿਆ। ਅਪਰ ਗਾਹਾਂ ਲਗ ਕਰੋ ਬਖਿਆਨੇ ਤਾਂ ਹੋਰ ਕਿੱਥੋਂ ਤੱਕ ਕਹਿੰਦੇ ਦੱਸੀਏ, ਕੀ ਬਿਆਨ ਕਰੀਏ। ਦਿਨ ਦਿਨ ਪ੍ਰਤਿ ਉਤਸਾਹ ਮਹਾਨ ਹਰ ਰੋਜ਼ ਹੀ ਜਿਵੇਂ ਜਿਵੇਂ ਦਿਨ ਬੀਤਦਾ, ਬਹੁਤ ਭਾਰੀ ਉਤਸਵ ਹੁੰਦਾ ਖੁਸ਼ੀ ਦੇ ਵਿੱਚ। ਉਸ ਪੇਦਾ ਕਾਗਜ਼ ਜੋਏ ਤਾਂ ਜਿਹੜਾ ਇੱਕ ਸਫੇਦਾ ਹਾਸ਼ੀਏ ਵਾਲਾ ਕਾਗਜ਼ ਹੈ, ਜਿਹਨੂੰ ਜਲ ਲੱਗ ਗਿਆ ਸੀ, ਜਿਹੜਾ ਗਲ ਗਿਆ ਸੀ, ਪਰ ਲਗਾਏ ਸੁਧਾਰਿਓ ਸੋਏ ਉਹ ਕਾਗਜ਼ ਵੀ ਇਹਨੇ ਧੀਰਮਲ ਨੇ ਨਵਾਂ ਲਵਾ ਦਿੱਤਾ ਸਵਾਰ ਕੇ। ਅਬੇ ਲਓ ਜਿੰਨਤ ਪ੍ਰਤਰੇ ਸਾਰੇ ਤਾਂ ਹੁਣ ਤੱਕ ਜਿੰਨੇ ਵੀ ਉਹ ਪੱਤਰੇ ਨੇ ਨਾ, ਉਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ, ਉਹਨਾਂ ਤੇ ਅੱਜ ਵੀ ਨਿਸ਼ਾਨ ਹੈ। ਕਹਿੰਦੇ ਕਹਤੇ ਕਵੀ ਹਮੇ ਆਪ ਨਿਹਾਰੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਆਪ ਉਹਦੇ ਦਰਸ਼ਨ ਕੀਤੇ ਨੇ ਕਰਤਾਰਪੁਰ ਸਾਹਿਬ ਵਾਲੀ ਬੀੜ। ਹੁਣ ਵੀ ਸ਼ਾਇਦ ਵਿਸਾਖੀ ਦੇ ਦਿਨ ਤੇ ਦਰਸ਼ਨ ਕਰਵਾਉਂਦੇ ਨੇ। ਹੋਰ ਵੀ ਮਹਾਰਾਜ ਦੀਆਂ ਨਿਸ਼ਾਨੀਆਂ ਕਰਤਾਰਪੁਰ ਸਾਹਿਬ। ਤਾਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਆਪ ਦਰਸ਼ਨ ਕੀਤੇ ਹਨ। ਪੂਜਾ ਨਿਤ ਪ੍ਰਤਿ ਪੂਰਤ ਪਟੇਰੀ ਉਹਦੀ ਨਿਤ ਪ੍ਰਤੀ ਬਹੁਤ ਭਾਰੀ ਪੂਜਾ ਹੁੰਦੀ ਹੈ ਮਹਾਰਾਜ ਦੇ ਸਰੂਪ ਦੀ। ਆਏ ਅਪੂਰਤ ਨਾਟਕ ਨੇਰੀ ਬਹੁਤ ਜ਼ਿਆਦੀਆਂ ਭੇਟਾਵਾਂ ਮਾਇਆ ਚੜ੍ਹਦੀ ਹੈ। ਖਾਲਸਾ ਅਬਲਾਉ ਤਰਸੈ ਤਾਂ ਹੁਣ ਤੱਕ ਖਾਲਸਾ ਪੰਥ ਕਹਿੰਦੇ ਉਹਦੇ ਦਰਸ਼ਨ ਕਰਦਾ ਸਰੂਪ ਦੇ। ਗੋਰ ਕਰ ਕੋ ਲਾਖੇ ਸਾਧਿਕੋ ਹਰਸ਼ੈ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਦਰਸ਼ਨ ਕਰਕੇ ਵੀ ਇਹ ਗੁਰੂ ਮਹਾਰਾਜ ਦੇ ਹੱਥਾਂ ਦਾ ਸਰੂਪ ਹੈ। ਤਾਬੇ ਤੇ ਧੀਰ ਮਲਕ ਧਾਮ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਪਾਵਨ ਸਰੂਪ ਜਿਹੜਾ ਹੈ ਧੀਰਮਲ ਦੇ ਘਰ ਵਿੱਚ ਹੀ ਹੈ। ਗ੍ਰੰਥ ਸਾਹਿਬ ਅਬੇ ਰਾਮ ਸੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਸੇ ਘਰ ਵਿੱਚ ਹੈ। ਇਸ ਕੀ ਕੁਲ ਕੇ ਲੇਤੇ ਕੋਰ ਤਾਂ ਉਹਦੀ ਕੁੱਲ ਦੇ ਜਿਹੜੇ ਅੱਗੇ ਲੋਕ ਨੇ, ਉਹਦੀ ਬੰਸ ਹੈ, ਉਹ ਸਾਰੀ ਭੇਟਾ ਪ੍ਰਵਾਨ ਕਰਦੇ ਮਹਾਰਾਜ ਦੀ। ਅਬਲ ਖਾਲਸੇ ਕਰ ਕੈ ਜੋਰ ਤਾਂ ਹੁਣ ਵੀ ਜਿਹੜਾ ਖਾਲਸਾ ਪੰਥ ਹੈ ਨਾ, ਉਹ ਹੱਥ ਜੋੜ ਕੇ ਸਿਰ ਝੁਕਾ ਕਰਕੇ ਆਦੇ ਸੁਦਾਸਰ ਲਵਪੁਰ ਮਾਹੀ ਅੰਮ੍ਰਿਤਸਰ ਤੋਂ ਆਉਂਦੇ ਨੇ ਸਿੱਖ, ਲਾਹੌਰ ਤੋਂ ਆ ਕਰਕੇ ਰੱਖ ਗ੍ਰੰਥ ਸੋ ਆਪਣੇ ਪਾਹੀ ਉਹ ਆ ਕੇ ਦਰਸ਼ਨ ਕਰਦੇ ਨੇ। ਧੀਰਮਲ ਦੀ ਜਿਹੜੀ ਪੀੜ੍ਹੀ ਆ, ਉਹ ਆਪਣੇ ਕੋਲ ਸੰਭਾਲ ਕੇ ਰੱਖਦੇ ਮਹਾਰਾਜ ਦਾ ਗ੍ਰੰਥ। ਧਨ ਆਦਿਕ ਭੇਟਾ ਜੋ ਦੇय ਤਾਂ ਧਨ ਆਦਿਕ ਜੋ ਵੀ ਭੇਟਾ ਚੜ੍ਹਦੀ ਹੈ, ਧੀਰ ਮਲ ਕੇ ਸਗਰੀ ਲੇ ਉਹ ਸਾਰੀ ਧੀਰਮਲ ਦੇ ਪਰਿਵਾਰ ਦੇ ਕੋਲ ਜਾਂਦੀ ਹੈ। ਉਹ ਸਾਰੀ ਇਹ ਸੰਭਾਲਦੇ ਹਨ। ਕਰੀ ਕਿਰਪਾ ਨਹਨੀ ਲੀਨ ਤਸ਼ੀਨ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਿੱਡੀ ਵੱਡੀ ਕਿਰਪਾ ਕੀਤੀ। ਭਾਈ ਮੱਖਣ ਸ਼ਾਹ ਦੇ ਨਾਲ ਦਿਆਂ ਸਾਥੀਆਂ ਨੇ ਤਾਂ ਖੋਲਿਆ ਸੀ ਸਰੂਪ, ਪਰ ਮਹਾਰਾਜ ਨੇ ਖੋਇਆ ਨਹੀਂ, ਰੱਖਿਆ ਨਹੀਂ। ਇਹ ਕਿੱਡੇ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿਆਲੂ ਨੇ, ਉਹਨਾਂ ਨੇ ਫੇਰ ਵਾਪਸ ਕਰ ਦਿੱਤਾ। ਤਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਵਡਿਆਈਆਂ ਹਨ। ਸਾਦੇ ਗੋਰੇ ਮਾਤੇ ਕੋ ਜਾਣ ਪ੍ਰਵੀਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੱਤ ਹੈ ਨਾ, ਨੌਵੇਂ ਪਾਤਸ਼ਾਹ ਜੀ ਮੱਤ ਦੇ ਬੜੇ ਪ੍ਰਵੀਨ ਸਿਆਣੇ ਨੇ, ਉੱਚੀ ਮੱਤ ਦੇ ਮਾਲਕ ਨੇ। ਉਹਨਾਂ ਦੀ ਮੱਤ ਦੇ ਵਿੱਚ ਕਿਸੇ ਲਈ ਈਰਖਾ, ਕਿਸੇ ਲਈ ਵੈਰ ਵਿਰੋਧ ਨਹੀਂ ਹੈ। ਪੁਨਹ ਪਦ ਖੇਤ ਕੀ ਸੁਧ ਨਾਹੀ ਤਾਂ ਹੁਣ ਤੱਕ ਕਹਿੰਦੇ ਉੱਥੇ ਹੀ ਆ ਸਰੂਪ। ਕਵੀ ਜੀ ਕਹਿੰਦੇ ਜਦੋਂ ਤੱਕ ਦਰਸ਼ਨ ਕੀਤੇ ਆਪ, ਉਦੋਂ ਤੱਕ ਤਾਂ ਉੱਥੇ ਹੀ ਆ, ਪਰ ਅੱਗੇ ਭਵਿੱਖ ਦੇ ਵਿੱਚ ਸਰੂਪ ਦਾ ਕੀ ਹੋਣਾ, ਕਿੱਥੇ ਜਾਣਾ, ਇਸ ਗੱਲ ਦੀ ਸਾਨੂੰ ਕੋਈ ਖਬਰ ਨਹੀਂ ਹੈ। ਲੇਹੇ ਪੰਥ ਕੈ ਰਹਿਤਨ ਪਾਹੀ ਵੀ ਖਾਲਸਾ ਪੰਥ ਸਰੂਪ ਉਹਨਾਂ ਕੋਲੋਂ ਲੈ ਲਏਗਾ ਜਾਂ ਉਹਨਾਂ ਦੇ ਕੋਲ ਰਹੇਗਾ, ਇਹ ਅੱਗੇ ਭਵਿੱਖ ਦਾ ਬਚਨ ਹੈ, ਇਹਦੇ ਬਾਰੇ ਸਾਨੂੰ ਪਤਾ ਨਹੀਂ। ਪਰ ਵਿਦਵਾਨ ਕਹਿੰਦੇ ਨੇ ਵੀ ਉਹਦਾ ਪਰਿਵਾਰ ਧੀਰਮਲ ਦਾ ਅੱਗੇ ਜਾ ਕੇ ਪੰਥ ਦੇ ਵਿੱਚ ਸ਼ਾਮਲ ਹੋ ਗਿਆ, ਜਿਹਦੇ ਕਰਕੇ ਅੱਜ ਵੀ ਸਰੂਪ ਉਹਨਾਂ ਦੇ ਕੋਲ ਹੈ। ਇੱਥੇ ਕਰਤਾਰਪੁਰ ਸਾਹਿਬ ਦਰਸ਼ਨ ਕਰਵਾਏ ਜਾਂਦੇ ਨੇ ਕੁਝ ਤਿਉਹਾਰਾਂ ਦੇ ਉੱਤੇ। ਤੇ ਇਹ ਇਸ ਪਾਵਨ ਸਰੂਪ ਦੀ
ਜੋ ਸੁੰਦਰ ਕਥਾ ਹੈ ਆਪ ਸੰਗਤ ਨੇ ਸਰਵਣ ਕੀਤੀ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਵਾਸਤੇ ਸਮਤ ਬਖਸ਼ਣ। ਆਪਣੀ ਮਹਿਮਾ ਆਪਣੀ ਵਡਿਆਈ ਆਪ ਕਰਵਾਉਣ। ਲੇਖਾ ਕਤਹਿ ਨਾ ਛੂਟੀਐ, ਖਿਣ ਖਿਣ ਭੁੱਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪੁਨ ਹੈ ਭਵਿਖਯਤ ਕੀ ਸੁਧ ਨਾਹੀ। ਲੇਹ ਪੰਥ ਕੈ ਰਹਿ ਦਿਨ ਪਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।